Hello students, welcome back to my channel Physics by Sidhu Saab। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੌਸ ਥਿਊਰਮ ਉਰਫ ਗੌਸ ਲਾ ਬਾਰੇ, ਜੋ ਕਿ ਬੋਰਡ ਦੇ ਐਗਜ਼ਾਮ ਵਾਸਤੇ ਵੈਰੀ ਇੰਪੋਰਟੈਂਟ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਹ ਟੌਪਿਕ ਇਹ ਤੁਸੀਂ ਕਦੇ ਮਿਸ ਨਹੀਂ ਕਰਨਾ, ਠੀਕ। ਪਿਛਲੇ ਟੌਪਿਕ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਇਲੈਕਟ੍ਰਿਕ ਫਲਕਸ ਤੇ ਏਰੀਆ ਵੈਕਟਰ ਬਾਰੇ, ਜੋ ਕਿ ਇਸ ਨਾਲ ਰਿਲੇਟ ਹੁੰਦਾ। ਉਸ ਦੀ ਮਦਦ ਦੇ ਨਾਲ ਆਪਾਂ ਹੁਣ ਕਰਾਂਗੇ ਗੌਸ ਥਿਊਰਮ ਜਾਂ ਗੌਸ ਲਾ। ਗੌਸ ਥਿਊਰਮ ਦੀ ਡੈਫੀਨੇਸ਼ਨ, ਉਸ ਦਾ ਪ੍ਰੂਫ ਵੀ ਪੜਾਂਗੇ ਆਪਾਂ, ਤੇ ਨਾਲ ਦੀ ਨਾਲ ਉਸ ਦੇ ਨਾਲ ਰਿਲੇਟਡ ਕਈ ਆਰਟੀਕਲ ਨੇ ਜੋ ਬੋਰਡ ਦੇ ਐਗਜ਼ਾਮ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹਨ। ਉਹਨਾਂ ਦੇ ਪ੍ਰੂਫ ਕਰਨ ਦੇ ਲਈ, ਉਹਨਾਂ ਦਾ ਰਿਜ਼ਲਟ ਪਤਾ ਕਰਨ ਦੇ ਲਈ ਆਪਾਂ ਨੂੰ ਗੌਸ ਥਿਊਰਮ ਦਾ ਆਉਣਾ ਬਹੁਤ ਜ਼ਰੂਰੀ ਹੈ। ਇਸ ਲਈ ਆਪਾਂ ਨੇ ਗੌਸ ਥਿਊਰਮ ਚੰਗੀ ਤਰ੍ਹਾਂ ਸਮਝ ਲੈਣੀ ਹੈ। ਬਿਲਕੁਲ ਆਸਾਨ ਹੈ, ਬਿਲਕੁਲ ਵੀ ਔਖੀ ਨਹੀਂ ਹੈ। ਤੁਸੀਂ ਆਸਾਨੀ ਦੇ ਨਾਲ ਸਮਝ ਲਵੋਗੇ ਤੇ ਹਰ ਇੱਕ ਆਰਟੀਕਲ ਇਸ ਨਾਲ ਰਿਲੇਟਡ ਜੋ ਹੋਵੇਗਾ ਉਹ ਇਸ ਤਰ੍ਹਾਂ ਕਰ ਦੋਗੇ। ਤਾਂ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਦਬਾਓ, ਤਾਂ ਕਿ ਤੁਹਾਡੇ ਕੋਲੇ ਜੋ ਮੇਰੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਆ ਜਲਦੀ ਤੋਂ ਜਲਦੀ ਪਹੁੰਚ ਸਕੇ। ਹੋਰ ਵੀ ਫਿਜ਼ਿਕਸ ਦੇ ਨਾਲ ਰਿਲੇਟਡ ਵੀਡੀਓਜ਼ ਦੇਖਣ ਦੇ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਤਾਂ ਸਟਾਰਟ ਕਰਦੇ ਹਾਂ ਗੌਸ ਥਿਊਰਮ। ਹਾਂਜੀ, ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਗੌਸ ਥਿਊਰਮ ਦੀ ਸਟੇਟਮੈਂਟ ਤੋਂ। ਸਟੇਟਮੈਂਟ ਕੀ ਕਹਿੰਦੀ ਹੈ? ਇਟ ਸਟੇਟਸ that the total electric flux through a enclosed surface is equal to 1 upon epsilon naught times the total charge enclosed by that surface। ठीक है, ਹੁਣ ਆਪਾਂ ਇਸ ਨੂੰ ਲਿਖਦੇ ਹਾਂ। मैथमेटिकली आप इसको किस तरह लिखांगे? फ्लक्स इज इक्वल टू, जिसका फार्मूला है E डॉट ds, टोटल इलेक्ट्रिक फ्लक्स की गल कर रहे हैं आप, यह होगी Q अपॉन एप्सिलॉन नॉट के बराबर, या कह लो 1 अपॉन एप्सिलॉन नॉट इनटू टोटल चार्ज Q, जिसको आप इस तरह लिखा देंगे। ठीक है, ਇੱਥੇ ਚਾਰਜ Q ਮੰਨ ਕੇ ਚੱਲਦੇ ਆਪਾਂ ਕਿ Q ਚਾਰਜ ਇਸ ਦੇ ਵਿੱਚ ਇਨਕਲੂਡਡ ਹੈ ਸਰਫੇਸ ਦੇ ਵਿੱਚ। ਹੁਣ ਆਪਾਂ ਇਹਨੂੰ ਪੜ੍ਹ ਦੇਗੇ ਡਾਇਗਰਾਮ ਦੀ ਮਦਦ ਦੇ ਨਾਲ। ਮੰਨ ਲਓ ਆਪਣੇ ਕੋਲੇ ਚਾਰਜ ਹੈ Q ਪਲੱਸ Q ਚਾਰਜ ਹੈ, ਇਸ ਦੇ ਆਲੇ ਦੁਆਲੇ ਇੱਕ ਸਰਫੇਸ ਕਿੰਨੇ ਵੀ ਤਰ੍ਹਾਂ ਦੇ ਹੋ ਸਕਦੇ ਨੇ, ਇਨਕਲੂਡਡ ਸਰਫੇਸ 3D ਸਰਫੇਸ ਅਸਿਊਮ ਕਰਨਾ ਆਪਾਂ ਨੇ। ਮੰਨ ਲਓ ਪਹਿਲੀ ਐਗਜ਼ਾਮਪਲ ਹੈ ਆਪਣੇ ਕੋਲੇ, ਇਸ ਦੇ ਆਲੇ ਦੁਆਲੇ ਸਫੈਰੀਕਲ ਸਰਫੇਸ ਹੋ ਸਕਦਾ ਹੈ। ਤਾਂ ਸਫੈਰੀਕਲ ਸਰਫੇਸ ਜੇਕਰ ਆਪਾਂ ਮੰਨਦੇ ਹਾਂ ਤਾਂ ਇਸ ਪੋਜ਼ਿਟਿਵ ਚਾਰਜ ਕਰਕੇ ਜੇ ਆਪਾਂ ਉਸ ਦੇ ਵਿੱਚ ਦੀ पॉजिटिव चार्ज तो इलेक्ट्रिक फील्ड जनरेट होगा, तो इस इलेक्ट्रिक फील्ड करके उसकी फ्लक्स कितनी होगी? Q अपॉन एप्सिलॉन नॉट, क्योंकि इस दे विच चार्ज कितना बनता है? Q। ठीक है, दूसरी एग्जांपल लेने ਆਪਾਂ। मान लो अपने को एक क्यूब है, क्यूब दे विच भी चार्ज पिया मान लो Q, ठीक। तो चार्ज इनक्लोज्ड हो गया Q, क्यूब दे विच बंद है, तो इसकी फ्लक्स कितनी हुई? टोटल फ्लक्स, ठीक है, 6 ਦੇ 6 फेसेस ਦੀ फ्लक्स कितनी होगी? Q अपॉन एप्सिलॉन नॉट। ਹੋਰ ਵੀ ਆਪਣੇ ਕੋਲੇ ਕਿੰਨੇ ਤਰ੍ਹਾਂ ਦੇ ਸਰਫੇਸ ਹੋ ਸਕਦੇ ਨੇ? ਸਿਲੰਡਰੀਕਲ ਸਰਫੇਸ ਹੋ ਸਕਦਾ, ਇਹਦੇ ਵਿੱਚ ਜੇ ਚਾਰਜ ਪਿਆ Q ਤਾਂ ਇਹਦੀ ਵੀ ਫਲਕਸ ਕਿੰਨੀ ਹੋਗੀ ਟੋਟਲ? Q अपॉन एप्सिलॉन नॉट। ਕੋਣ ਮੰਨ ਲਓ, ਕੋਣ ਦੇ ਵਿੱਚ ਚਾਰਜ ਪਿਆ Q ਤਾਂ ਇਹਦੀ ਵੀ ਟੋਟਲ ਫਲਕਸ ਕਿੰਨੀ ਹੋਗੀ ਸਾਰੇ ਪਾਸੋਂ ਦੀ? Q अपॉन एप्सिलॉन नॉट। ਤਾਂ ਇਸ ਤਰ੍ਹਾਂ ਦੇ ਆਪਾਂ ਜੇ ਮੰਨ ਲਓ ਕੋਈ ਅਨਸਿਮੈਟ੍ਰੀਕਲ, ਕੋਈ ਰੈਂਡਮਲੀ ਐਨਕਲੋਜ਼ਡ ਸਰਫੇਸ ਆ ਕਿਸੇ ਵੀ ਸ਼ੇਪ ਦਾ, ਉਸਨੇ ਚਾਰਜ ਐਨਕਲੋਜ਼ ਕੀਤਾ ਹੋਇਆ ਹੈ Q, ਤਾਂ ਉਸ ਦੀ ਇਲੈਕਟ੍ਰਿਕ ਫਲਕਸ ਕਿੰਨੀ ਹੋਊਗੀ? Q अपॉन एप्सिलॉन नॉट, ਜਿੰਨਾ ਚਾਰਜ ਐਨਕਲੋਜ਼ਡ ਆ ਡਿਵਾਈਡਡ ਬਾਈ एप्सिलॉन नॉट। ਤਾਂ ਇਹ ਸੀ ਆਪਣੇ ਕੋਲੇ ਗੌਸ ਥਿਊਰਮ ਦੀ ਡੈਫੀਨੇਸ਼ਨ, ਸਟੇਟਮੈਂਟ। ਮੈਥਮੈਟੀਕਲ ਫਾਰਮੂਲਾ ਉਹਦਾ ਇਹ ਆ, ਇਸ ਤਰ੍ਹਾਂ ਆਪਾਂ ਇਸ ਨੂੰ ਲਿਖਦੇ ਆਗੇ। ਇਹਦੀ ਸਟੇਟਮੈਂਟ ਹੀ ਬੋਰਡ ਦੇ ਐਗਜ਼ਾਮ ਦੇ ਵਿੱਚ ਬਹੁਤ ਵਾਰੀ ਪੁੱਛੀ ਗਈ ਹੈ 1 ਨੰਬਰ ਦੇ ਵਿੱਚ। ਇਸ ਦਾ ਪ੍ਰੂਫ ਪਹਿਲਾਂ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੁੰਦਾ ਸੀ, ਬਟ ਹੁਣ ਇਨਕਲੂਡ ਕਰ ਦਿੱਤਾ ਗਿਆ। ਤਾਂ ਇਸ ਦਾ ਪ੍ਰੂਫ ਵੀ ਆਪਾਂ ਕਰਾਂਗੇ ਫॉर ਏ ਸਿੰਗਲ ਚਾਰਜ ਤੇ ਉਹਦੇ ਆਲੇ ਦੁਆਲੇ ਜੋ ਸਰਫੇਸ ਹੈ, ਫॉर ਏ ਸਿੰਗਲ ਚਾਰਜ ਉਸ ਦੇ ਆਲੇ ਦੁਆਲੇ ਜੋ ਸਰਫੇਸ ਆ ਉਹ ਸਫੈਰੀਕਲ ਸਰਫੇਸ ਹੋਵੇ, ਤਾਂ ਗੌਸ ਥਿਊਰਮ ਦਾ ਪ੍ਰੂਫ ਵੀ ਕਰਾਂਗੇ ਆਪਾਂ। ਸਭ ਤੋਂ ਪਹਿਲਾਂ ਆਪਾਂ ਹੁਣ ਇਸੇ ਬਾਰੇ ਥੋੜਾ ਜਿਹਾ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਕਿ ਗੌਸ ਥਿਊਰਮ ਕਿਵੇਂ ਅਪਲਾਈ ਕਰਨੀ ਹੈ ਆਪਾਂ ਨੇ, ਕਿਵੇਂ ਉਸ ਦਾ ਪ੍ਰੂਫ ਹੈ, ਠੀਕ। ਹੁਣ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਦੋਂ ਵੀ ਆਪਾਂ ਕਿਸੇ ਚਾਰਜ ਵਾਸਤੇ ਜਾਂ ਕਿਸੇ ਵੀ ਇਨਕਲੋਜ਼ ਚਾਰਜ ਵਾਸਤੇ
ਆਪਾਂ ਉਸ ਦੀ ਫਲਕਸ ਪਤਾ ਕਰਨੀ ਹੋਵੇ ਨਾ, ਤਾਂ ਉੱਥੇ ਆਪਣੇ ਕੋਲ ਸਰਫੇਸ ਜ਼ਰੂਰੀ ਨਹੀਂ ਹੈਗਾ ਕਿ ਹੋਵੇਗਾ। ਆਪਾਂ ਨੇ ਥਿਓਰੈਟੀਕਲ ਜਦੋਂ ਕੰਮ ਕਰਨਾ, ਪ੍ਰੂਫ ਕਰਨਾ, ਤਾਂ ਆਪਾਂ ਕੋਈ ਇੱਕ ਸਰਫੇਸ ਅਜ਼ਿਊਮ ਕਰਿਆ ਕਰਾਂਗੇ ਉਹਦਾ ਰਿਜ਼ਲਟ ਜਾਂ ਫਾਰਮੂਲਾ ਬਣਾਉਣ ਵਾਸਤੇ। ਉਸ ਜੋ ਅਜ਼ਿਊਮ ਕਰਿਆ ਕਰਾਂਗੇ ਆਪਾਂ ਜੋ ਸਰਫੇਸ ਹੈ, ਠੀਕ ਹੈ, ਉਸ ਨੂੰ ਆਪਾਂ ਕਹਿੰਦੇ ਗੌਸੀਅਨ ਸਰਫੇਸ। ਗੌਸ ਦੇ ਨਾਮ ਤੇ ਹੀ ਰੱਖਿਆ ਗਿਆ ਗੌਸੀਅਨ ਸਰਫੇਸ। ਜਿਵੇਂ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਇੱਕ ਸਿੰਗਲ ਚਾਰਜ ਕਿਊ ਵਾਸਤੇ ਆਪਾਂ ਗੌਸ ਥਿਊਰਮ ਪ੍ਰੂਫ ਕਰਨੀ ਹੈ, ਠੀਕ ਹੈ, ਇਹਦਾ ਰਿਜ਼ਲਟ ਯੂਜ਼ ਕਰਨਾਗਾ। ਤਾਂ ਇਹਦੇ ਆਲੇ ਦੁਆਲੇ ਇੱਕ ਆਪਾਂ ਜੋ ਸਫੀਅਰ ਮੰਨਾਂਗੇ, ਜੇ ਸਫੀਅਰ ਮੰਨ ਰਹੇ ਹਾਂ ਤਾਂ ਇਸ ਨੂੰ ਕਹਾਂਗੇ ਆਪਾਂ ਇੱਕ ਗੌਸੀਅਨ ਸਰਫੇਸ, ਠੀਕ ਹੈ। ਇਹ ਵੀ ਇੱਕ ਗੌਸੀਅਨ ਸਰਫੇਸ ਹੋ ਸਕਦਾ ਗਾ, ਇਹ ਵੀ ਗੌਸੀਅਨ, ਇਹ ਵੀ। ਬਟ ਗੌਸੀਅਨ ਸਰਫੇਸ ਦੀ ਇੱਕ ਕੰਡੀਸ਼ਨ ਹੈਗਾ, ਠੀਕ ਹੈ। ਕੀ ਕੰਡੀਸ਼ਨ ਹੈਗਾ? ਕਿ ਉਹ 3D ਹੋਣਾ ਚਾਹੀਦਾ, ਪਹਿਲੀ ਗੱਲ ਤਾਂ ਗੌਸੀਅਨ ਸਰਫੇਸ। ਦੂਜੀ ਗੱਲ, ਉਸਨੇ ਚਾਰਜ ਨੂੰ ਇਨਕਲੋਜ਼ਡ ਕਰਨਾ ਪਵੇਗਾ, ਪੂਰੀ ਤਰ੍ਹਾਂ ਬੰਦ ਕਰਨਾ ਪਵੇਗਾ ਤਾਂ ਕਿ ਉਸ ਦੀ ਫਲਕਸ ਪਤਾ ਲੱਗ ਸਕੇ। ਤੀਜੀ ਗੱਲ, ਜੋ ਮੇਨ ਗੱਲ ਆ ਸਭ ਤੋਂ ਤਿੰਨਾਂ ਤੋਂ, ਉਹ ਕਿਹੜੀ ਗੱਲ ਹੈ ਕਿ ਗੌਸੀਅਨ ਸਰਫੇਸ ਇੱਕ ਇਹੋ ਜਿਹਾ ਸਰਫੇਸ ਹੋਣਾ ਚਾਹੀਦਾ ਜਿੱਥੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਸੇਮ ਹੋਵੇ ਹਰ ਇੱਕ ਪੁਆਇੰਟ ਤੇ, ਠੀਕ ਹੈ। ਉਹੀ ਸਰਫੇਸ ਨੂੰ ਆਪਾਂ ਗੌਸੀਅਨ ਸਰਫੇਸ ਕਹਿ ਸਕਦੇ ਹਾਂ। ਅਦਰਵਾਈਜ਼ ਕਿਸੇ ਵੀ ਹਰ ਇੱਕ ਸਰਫੇਸ ਨੂੰ ਆਪਾਂ ਗੌਸੀਅਨ ਸਰਫੇਸ ਨਹੀਂ ਕਹਿ ਸਕਦੇ। ਫੋਰ ਐਗਜ਼ਾਮਪਲ ਜਿਵੇਂ ਕਿ ਇਹ ਆ, ਇਸ ਐਗਜ਼ਾਮਪਲ ਦੇ ਵਿੱਚ ਦੇਖੋ ਕਿਊ ਚਾਰਜ ਹੈ, ਕਿਊ ਚਾਰਜ ਦੀ ਜੋ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੈ ਉਹ ਆਊਟਵਰਡ ਡਾਇਰੈਕਸ਼ਨ ਦੇ ਵਿੱਚ ਹੁੰਦੀ ਹੈਗੀ, ਹਨਾ, ਜਿਸ ਤਰ੍ਹਾਂ ਆਪਾਂ ਨੇ ਸ਼ੋ ਕੀਤਾ ਗਿਆ। ਤਾਂ ਜੇ r ਡਿਸਟੈਂਸ ਦਾ ਰੇਡੀਅਸ ਦਾ ਆਪਾਂ ਨੇ ਸਫੀਅਰ ਬਣਾਇਆ ਤਾਂ ਇਸ ਪੁਆਇੰਟ ਤੇ ਸੇਮ ਕੀ ਹੋਗੀ, ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੋਊਗੀ, ਕਿਉਂਕਿ ਇਹਦਾ ਫਾਰਮੂਲਾ ਕੀ ਹੈ ਆਪਣੇ ਕੋਲ ਸਿੰਗਲ ਚਾਰਜ ਦਾ 1/4 ਪਾਈ ਐਪਸਾਈਲਨ ਨਾਟ Q/r²। ਇਹ ਸਿੰਗਲ ਚਾਰਜ ਕਰਕੇ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਦਾ ਫਾਰਮੂਲਾ ਹੈ। ਤਾਂ r ਜੇ ਸੇਮ ਆ, ਇੱਥੇ ਵੀ r ਸੇਮ ਆ, ਤਾਂ ਕੀ ਹੋ ਜਾਊਗਾ, ਇਲੈਕਟ੍ਰਿਕ ਫੀਲਡ ਸੇਮ ਹੋ ਜਾਊਗਾ। ਬਟ ਇੱਥੇ ਕੀ ਆ, r ਡਿਸਟੈਂਸ ਦੀ ਜੋ ਗੱਲ ਕਰ ਰਹੇ ਆਪਾਂ, ਉਹਦੇ ਰੇਡੀਅਸ ਨਹੀਂ ਹੈ, ਡਿਸਟੈਂਸ ਹੈ। ਤਾਂ ਆ ਜਿਹੜਾ ਸਰਫੇਸ ਦਾ ਜਿਹੜਾ ਆਹ ਵਾਲਾ ਪਾਸਾ ਹੈ, ਇਹ ਡਿਸਟੈਂਸ ਘੱਟ ਆ, ਜਿਹੜਾ ਆ ਖੁੰਝਾ ਦਾ ਕਾਰਨਰ ਆ ਇਹ ਡਿਸਟੈਂਸ ਵੱਧ ਆ। ਤਾਂ ਕਿਤੇ ਡਿਸਟੈਂਸ ਵੱਧ ਆ, ਕਿਤੇ ਡਿਸਟੈਂਸ ਘੱਟ ਆ, ਤਾਂ ਇੱਥੇ r ਦੀ ਵੈਲਿਊ ਚੇਂਜ ਹੋ ਰਹੀ ਆ। r ਦੀ ਵੈਲਿਊ ਚੇਂਜ ਹੋਣ ਨਾਲ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਚੇਂਜ ਹੋ ਰਹੀ ਆ। ਤਾਂ ਇੱਥੇ ਇਸ ਸਰਫੇਸ ਨੂੰ ਆਪਾਂ ਗੌਸੀਅਨ ਸਰਫੇਸ ਨਹੀਂ ਮੰਨ ਸਕਦੇ, ਠੀਕ ਹੈ, ਸਮਝ ਲੱਗ ਰਿਹਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਅਗਲੇ ਸਰਫੇਸ ਦੀ, ਇਸ ਨੂੰ ਆਪਾਂ ਗੌਸੀਅਨ ਸਰਫੇਸ ਮੰਨ ਸਕਦੇ ਹਾਂ ਕਿ ਨਹੀਂ। ਜੇ ਆਪਾਂ ਗੱਲ ਕਰ ਰਹੇ ਸਿੰਗਲ ਚਾਰਜ ਦੀ, ਫਿਰ ਇਸ ਨੂੰ ਆਪਾਂ ਗੌਸੀਅਨ ਸਰਫੇਸ ਨਹੀਂ ਮੰਨ ਸਕਦੇ। ਕਿਉਂ ਨਹੀਂ ਮੰਨ ਸਕਦੇ? ਆਹ ਵਾਲਾ ਪਾਸਾ ਤੇ ਆਹ ਵਾਲਾ ਪਾਸਾ ਜੇ ਇਹ ਪਿਆ ਸੈਂਟਰ ਤੇ, ਤਾਂ ਦੋਨਾਂ ਵਾਸਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਸੇਮ ਹੋਊਗੀ, ਤਾਂ ਇਹ ਗੌਸੀਅਨ ਸਰਫੇਸ ਮੰਨਿਆ ਜਾ ਸਕਦਾ ਹੈਗਾ, ਠੀਕ ਹੈ। ਤੇ ਐਵੇਂ ਇਸੇ ਤਰ੍ਹਾਂ ਇਹ ਵਾਲਾ ਤੇ ਇਹ ਵਾਲਾ ਇਹ ਵੀ ਮੰਨਿਆ ਜਾ ਸਕਦਾ। ਕਦੋਂ? ਆਹ ਇਕੱਠੇ ਮੰਨੇ ਜਾ ਸਕਦੇ ਨੇ ਤੇ ਆਹ ਵਾਲਾ ਜੋ ਆਲੇ ਦੁਆਲੇ ਵਾਲਾ ਉਹ ਇਕੱਠਾ ਮੰਨਿਆ ਜਾ ਸਕਦਾ। ਪਰ ਆਪਾਂ ਨੇ ਇੱਕੋ ਸਰਫੇਸ ਬਣਾਉਣਾਗਾ ਜਿਹਦੇ ਕਰਕੇ ਆਪਣੇ ਹਰ ਇੱਕ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਸੇਮ ਹੋਵੇ। ਤਾਂ ਸਿੰਗਲ ਚਾਰਜ ਵਾਸਤੇ ਇਹ ਵੀ ਗੌਸੀਅਨ ਸਰਫੇਸ ਨਹੀਂ ਹੈ, ਸਿੰਗਲ ਚਾਰਜ ਵਾਸਤੇ ਇਹ ਵੀ ਗੌਸੀਅਨ ਸਰਫੇਸ ਨਹੀਂ ਹੈ। ਤਾਂ ਹੁਣ ਆਪਾਂ ਗੱਲ ਕਰਾਂਗੇ ਜੋ ਇਹ ਵਾਲੇ ਸਰਫੇਸ ਨੇ, ਇਹ ਗੌਸੀਅਨ ਸਰਫੇਸ ਕਿੱਥੇ ਹੋਣਗੇ। ਤਾਂ ਪਹਿਲਾਂ ਆਪਾਂ ਗੌਸੀਅਨ ਸਰਫੇਸ ਬਾਰੇ ਹੁਣ ਡਿਟੇਲ ਚ ਪੜ੍ਹਦੇ ਹਾਂ। ਹਾਂਜੀ, ਗੌਸੀਅਨ ਸਰਫੇਸ ਦੀ ਡੈਫੀਨੇਸ਼ਨ ਲਿਖੀ ਗਈ ਹੈ ਕਿ ਐਨੀ ਕਲੋਜ਼ਡ 3D ਸਰਫੇਸ ਅਰਾਊਂਡ ਅ ਚਾਰਜ on which the electric field intensity is same at all points is called a Gaussian surface। electric field intensity ਦੀ ਵੈਲਿਊ ਸੇਮ ਹੋਣੀ ਚਾਹੀਦੀ ਹੈ, ਇਹ ਮੇਨ ਪੁਆਇੰਟ ਹੈ ਇਸ ਦਾ। ਤਾਂ ਆਪਾਂ ਨੇ ਕੀ ਕਰਨਾ, ਜਦੋਂ ਵੀ ਕਿਸੇ ਚਾਰਜ ਕਰਕੇ ਕੋਈ ਵੀ ਚਾਰਜ ਡਿਸਟ੍ਰੀਬਿਊਸ਼ਨ ਹੋ ਸਕਦੀ ਹੈ, ਚਾਰਜ ਸਿੰਗਲ ਚਾਰਜ ਹੋ ਸਕਦਾ ਹੈ, ਕੋਈ ਚਾਰਜ ਜਿਹੜੇ ਉਹ ਲਾਈਨ ਹੋ ਸਕਦੀ ਹੈ, ਲੀਨੀਅਰ ਚਾਰਜ ਹੋ ਸਕਦਾ ਹੈ, ਕੋਈ ਵੀ ਚਾਰਜ ਹੈ ਉਹ ਸ਼ੀਟ ਹੋ ਸਕਦੀ ਹੈ ਕੋਈ ਇਸ ਤਰ੍ਹਾਂ ਦੀ, ਇਹਦੇ ਵੀ ਪੋਜ਼ਿਟਿਵ ਚਾਰਜ ਹੈ, ਸਫੀਅਰ ਹੋ ਸਕਦਾ, ਸੋਲਿਡ ਸਫੀਅਰ ਹੋ ਸਕਦਾ, ਸਫੈਰਿਕਲ ਸ਼ੈਲ ਹੋ ਸਕਦਾ, ਇਹ ਸਾਰੇ ਆਪਣੇ ਕੋਲੇ ਕੰਡੀਸ਼ਨਾਂ ਹੋ ਸਕਦੀਆਂ ਨੇ। ਇਹ ਹੈ ਸਿੰਗਲ ਚਾਰਜ, ਇਹ ਹੈ ਪੁਆਇੰਟ ਚਾਰਜ, ਆ ਲੀਨੀਅਰ, ਆ ਸ਼ੀਟ, प्लेन शीट, ये सॉलिड स्फीयर, ये हो सकता स्फेरिकल शैल। ये सारियां अपने को चार्ज डिस्ट्रीब्यूशन प्रेजेंट हो सकते हैं क्या, डिस्क्रीट कंटिन्यूअस कुछ भी हो सकता है, ठीक है।
ਤਾਂ ਇਹਨਾਂ ਸਾਰਿਆਂ ਵਾਸਤੇ ਆਪਾਂ ਨੇ ਹੁਣ ਗੌਸੀਅਨ ਸਰਫੇਸ ਬਣਾਉਣ ਬਾਰੇ ਸੋਚਣਾ ਵੀ ਇਹਨਾਂ ਵਾਸਤੇ ਕਿਹੜਾ ਗੌਸੀਅਨ ਸਰਫੇਸ ਬੈਸਟ ਹੋਵੇਗਾ ਜੋ ਆਪਾਂ ਨੇ ਡਰਾ ਕਰਨਾ। ਪਹਿਲਾਂ ਆਪਾਂ ਗੱਲ ਕਰਦੇ ਹਾਂ ਪੁਆਇੰਟ ਚਾਰਜ ਦੀ। ਪੁਆਇੰਟ ਚਾਰਜ ਦੇ ਜੋ ਬੈਸਟ ਗੌਸੀਅਨ ਸਰਫੇਸ ਹੈ ਉਹ ਹੈ ਸਫੈਰਿਕਲ। ਇਸ ਦੇ ਆਲੇ ਦੁਆਲੇ ਇੱਕ ਸਫੀਅਰ ਬਣਾਓ ਜਿਸ ਦਾ ਰੇਡੀਅਸ ਹੋਵੇ r ਕਿੰਨਾ ਵੀ ਤੁਸੀਂ ਰੱਖ ਸਕਦੇ ਹੋ, ਰੇਡੀਅਸ ਵੱਧ ਰੱਖ ਲਓ ਘੱਟ ਰੱਖ ਲਓ, ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਗੌਸੀਅਨ ਸਰਫੇਸ ਉਹ ਮੰਨਿਆ ਹੀ ਜਾਵੇਗਾ। ਇਹ ਇਹਦੇ ਵਾਸਤੇ ਬੈਸਟ ਹੈ ਸਫੀਅਰ। ਹੁਣ ਗੱਲ ਕਰਦੇ ਆਪਾਂ ਲੀਨੀਅਰ ਚਾਰਜ ਦੀ। ਲੀਨੀਅਰ ਚਾਰਜ ਦੇ ਆਪਾਂ ਜੇ ਗੱਲ ਕਰੀਏ ਤਾਂ ਲੀਨੀਅਰ ਚਾਰਜ ਤੇ ਗੌਸੀਅਨ ਸਰਫੇਸ ਜੋ ਹੈ ਜੋ ਬੈਸਟ ਹੈ ਮੈਂ ਉਹੀ ਬਣਾ ਕੇ ਦੱਸ ਰਿਹਾਗਾ, ਉਹ ਹੋਵੇਗਾ ਸਿਲੰਡਰੀਕਲ, ਇਸ ਤਰ੍ਹਾਂ ਦਾ। ਇਸ ਸਿਲੰਡਰੀਕਲ ਸ਼ੇਪ ਦੇ ਵਿੱਚ ਕੀ ਫਰਕ ਆ ਦੂਜੇ ਨਾਲੋਂ ਸਿਲੰਡਰ ਕਿਉਂ ਨਹੀਂ ਹੈਗਾ? ਇਹਦੇ ਦੇਖੋ ਲੀਨੀਅਰ ਚਾਰਜ ਆ, ਲਾਈਨ ਹੈ ਇੱਕ ਤਰ੍ਹਾਂ ਦੀ, ਇਸ ਤਰ੍ਹਾਂ ਦੀ ਲਾਈਨ ਚਾਰਜ ਆ। ਲਾਈਨ ਚਾਰਜ ਤੋਂ ਪੋਜ਼ਿਟਿਵ ਚਾਰਜ ਮੰਨ ਲਓ, ਇਲੈਕਟ੍ਰਿਕ ਫੀਲਡ ਲਾਈਨਸ ਇਸ ਤਰ੍ਹਾਂ ਬਾਹਰ ਵੱਲ ਨੂੰ ਜਾ ਰਹੀਆਂ ਨੇ ਆਊਟਵਰਡ ਨੂੰ, ਤਾਂ ਆਊਟਵਰਡ ਜਿਸ ਵੀ ਪੁਆਇੰਟ ਤੇ ਜੋ ਇੱਕ ਆਪਾਂ ਸਿਲੰਡਰ ਬਣੀਏ ਕਿਸ ਤਰ੍ਹਾਂ ਦਾ, ਠੀਕ ਹੈ, ਕਿਸੇ ਰੇਡੀਅਸ ਦਾ, ਤਾਂ ਸਾਰੇ ਪੁਆਇੰਟਸ ਤੇ ਸਿਲੰਡਰ ਦੇ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕੀ ਹੋਊਗੀ? ਸੇਮ ਹੋਊਗੀ। ਤਾਂ ਆਪਾਂ ਨੇ ਸਿਲੰਡਰ ਇਸ ਤਰ੍ਹਾਂ ਦਾ ਬਣਾਇਆ ਹੈ, ਠੀਕ ਹੈ। ਇਲੈਕਟ੍ਰਿਕ ਫੀਲਡ ਲਾਈਨਸ ਸਾਰੀਆਂ ਇੱਧਰ ਜਾਣਗੀਆਂ, ਇੱਧਰ ਜਾਣਗੀਆਂ, ਇੱਧਰ ਜਾਣਗੀਆਂ, ਇੱਧਰ ਜਾਣਗੀਆਂ, ਸੇਮ। ਜੇ ਰੇਡੀਅਸ ਸੇਮ ਆ, ਸੈਂਟਰ ਵਿੱਚ ਦੀ ਇਹ ਲੰਘ ਰਹੀ ਹੈ ਲਾਈਨ ਹੈ ਨਾ, ਸੈਂਟਰ ਵਿੱਚ ਰੱਖਾਂਗੇ ਆਪਾਂ, ਤਾਂ ਹਰ ਇੱਕ ਜੋ ਉਸਦਾ ਸਰਕੂਲਰ ਪਾਰਟ ਉਸ ਦੇ ਹਰ ਇੱਕ ਪੁਆਇੰਟ ਦੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਸੇਮ ਹੋਵੇਗੀ। ਇਸ ਕਰਕੇ ਇਹ ਇਸ ਦਾ ਗੌਸੀਅਨ ਸਰਫੇਸ ਠੀਕ ਹੈ। ਹੁਣ ਆਪਾਂ ਇਸ ਦੇ ਗਲਤ ਗੌਸੀਅਨ ਸਰਫੇਸ ਦੀ ਵੀ ਗੱਲ ਕਰ ਲੈਣਗੇ। ਜਿਵੇਂ ਆਪਾਂ ਪਹਿਲਾਂ ਪੁਆਇੰਟ ਚਾਰਜ ਦੀ ਗੌਸੀਅਨ ਸਰਫੇਸ ਦੀ ਗਲਤ ਦੀ ਗੱਲ ਕਰੀ ਸੀ। ਜੇ ਆਪਾਂ ਲਾਈਨ ਚਾਰਜ ਹੈ, ਲਾਈਨ ਚਾਰਜ ਦੇ ਉੱਪਰ ਜੇ ਆਪਾਂ ਇਸ ਤਰ੍ਹਾਂ ਦਾ ਸਿਲੰਡਰ ਬਣਾ ਲਈਏ ਤਾਂ ਇਹ ਵੀ ਗਲਤ ਹੈ। ਗਲਤ ਕਿਉਂ ਆ? ਦੱਸੋ ਕਿਉਂ ਗਲਤ ਹੈ? ਇਹ ਕਿਉਂ ਗਲਤ ਹੈ? ਕਿਉਂਕਿ ਦੇਖੋ ਆਹ ਵਾਲਾ ਜੋ ਪੁਆਇੰਟ ਹੈ, ਠੀਕ ਹੈ, ਇਹ ਜੋ ਲਾਈਨ ਹੈ ਇਹਦੇ ਇੱਧਰ ਵੀ ਇਲੈਕਟ੍ਰਿਕ ਫੀਲਡ ਦੀ ਇੰਟੈਂਸਿਟੀ ਆਉਣੀ ਹੈ, ਇੱਧਰ ਵੀ ਸਾਰੇ ਪਾਸੇ ਇਲੈਕਟ੍ਰਿਕ ਫੀਲਡ ਹੋਣਾ। ਤਾਂ ਇੱਧਰ ਵਾਲਾ ਪੁਆਇੰਟ ਜਿਹੜਾ ਇਹ ਤਾਂ ਦੂਰ ਆ, ਕਿਉਂਕਿ ਆਪਾਂ ਨੇ ਸਿਲੰਡਰ ਦਾ ਜੋ ਰੇਡੀਅਸ ਹੈ ਉਹ ਘੱਟ ਮੰਨਿਆ ਹੈ, ਇੰਨਾ ਰੇਡੀਅਸ ਆ ਮੰਨ ਲਓ। ਤਾਂ ਇੱਥੇ ਵਾਲਾ ਪੁਆਇੰਟ ਹੈ ਜੋ ਇਹ ਵਾਲਾ ਪੁਆਇੰਟ ਹੈ ਜਾਂ ਇਹ ਵਾਲਾ ਪੁਆਇੰਟ ਹੈ ਪਿੱਛੇ ਵਾਲਾ, ਇਹ ਇੱਥੇ ਇਲੈਕਟ੍ਰਿਕ ਫੀਲਡ ਜ਼ਿਆਦਾ ਹੋਊਗਾ ਐਜ਼ ਕੰਪੈਰੀਜ਼ਨ ਟੂ ਦਿਸ, ਕਿਉਂਕਿ ਉਹ ਡਿਸਟੈਂਸ ਜ਼ਿਆਦਾ ਇਲੈਕਟ੍ਰਿਕ ਫੀਲਡ ਘੱਟ ਜਾਊ, ਇੱਥੇ ਡਿਸਟੈਂਸ ਘੱਟ ਇਲੈਕਟ੍ਰਿਕ ਫੀਲਡ ਵੱਧ ਜਾਊ। ਤਾਂ ਇਹਨਾਂ ਪੁਆਇੰਟਸ ਤੇ ਜਿਹੜੇ ਆਹ ਵਾਲੇ ਪੁਆਇੰਟਸ ਨੇ ਇਹਦੇ ਆਲੇ ਦੁਆਲੇ, ਇਹਨਾਂ ਪੁਆਇੰਟਸ ਤੇ ਇਲੈਕਟ੍ਰਿਕ ਫੀਲਡ ਵੱਧ ਹੋਊਗਾ, ਇੱਥੇ ਘੱਟ ਹੋਊਗਾ ਕਿਉਂਕਿ ਡਿਸਟੈਂਸ ਵੱਧ ਗਈ, ਇਹਦੀ ਡਿਸਟੈਂਸ ਘੱਟ ਆ। ਤਾਂ ਇਸ ਕਰਕੇ ਇਸ ਤਰ੍ਹਾਂ ਦਾ ਸਿਲੰਡਰੀਕਲ ਸ਼ੇਪ ਜਿਹੜੀ ਆਪਾਂ ਜੋ ਇਸ ਤਰ੍ਹਾਂ ਹੌਰੀਜ਼ੌਂਟਲ ਹੋਵੇਗੀ ਉਹ ਇਸ ਵਾਸਤੇ ਗਲਤ ਹੋਵੇਗੀ, ਸਿਰਫ ਇਹੀ ਸਹੀ ਆ। ਬਾਕੀ ਵੀ ਆਪਾਂ ਗੱਲ ਕਰਾਂਗੇ ਕੋਣ ਦੀ, ਤਾਂ ਉਹਦੇ ਵਾਸਤੇ ਦੇਖੋ ਇੱਥੇ ਇਲੈਕਟ੍ਰਿਕ ਫੀਲਡ ਹੋਰ ਆ, ਇੱਥੇ ਹੋਰ ਆ, ਕਿਉਂਕਿ ਡਿਸਟੈਂਸ ਆ ਵੱਧ ਆ, ਇਹ ਘੱਟ ਆ। ਕਲੀਅਰ ਹੋ ਗਿਆ ਵੀ ਕਿਸ ਤਰ੍ਹਾਂ ਆਪਾਂ ਨੇ ਗੌਸੀਅਨ ਸਰਫੇਸ ਅਸਿਊਮ ਕਰਨਾ। ਲੀਨੀਅਰ ਚਾਰਜ ਵਾਸਤੇ ਸਿਲੰਡਰੀਕਲ ਗੌਸੀਅਨ ਸਰਫੇਸ ਅਸਿਊਮ ਕਰਨਾ, ਉਹ ਵੀ ਵਰਟੀਕਲ, ਜੋ ਲਾਈਨ ਚਾਰਜ ਹੈ ਉਸਦੇ ਐਕਸਿਸ ਤੇ ਹੋਣਾ ਚਾਹੀਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਥਰਡ ਜੋ ਆਪਣੀ ਡਾਇਗਰਾਮ ਹੈ ਪਲੇਨ ਸ਼ੀਟ। ਜੇ ਮੰਨ ਲਓ ਕੋਈ ਪਲੇਨ ਸ਼ੀਟ ਹੈ ਜਿਸ ਤੇ ਚਾਰਜ ਪਿਆ ਹੈ, ਟੋਟਲੀ ਪੋਜ਼ਿਟਿਵ ਚਾਰਜ ਜਾਂ ਨੈਗੇਟਿਵ ਚਾਰਜ, ਠੀਕ ਹੈ, ਆਪਾਂ ਪੋਜ਼ਿਟਿਵ ਮੰਨ ਲਿਆ ਇੱਥੇ। ਮੰਨ ਲਓ ਪੋਜ਼ਿਟਿਵ ਪਲੇਨ ਸ਼ੀਟ ਹੈ, ਇੱਕ ਤਰ੍ਹਾਂ ਕਾਗਜ਼ ਦੇ ਵਾਂਗੂ, ਠੀਕ ਹੈ, ਪਲੇਨ ਹੈ ਪੂਰੀ। ਤਾਂ ਇਸ ਤੋਂ ਇਲੈਕਟ੍ਰਿਕ ਫੀਲਡ ਲਾਈਨਸ ਦੋਨੇ ਪਾਸੇ ਨਿਕਲਣਗੀਆਂ, ਇੱਧਰ ਵੀ ਇਸ ਦੇ ਇੱਧਰ ਵੀ। ਕਲੀਅਰ ਹੈ? ਤਾਂ ਹੁਣ ਇੱਕ ਆਪਾਂ ਨੂੰ ਇਹੋ ਜਿਹਾ ਸਰਫੇਸ ਚਾਹੀਦਾ ਜਿਸ ਤੇ ਹਰ ਇੱਕ ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਦੀ ਵੈਲਿਊ ਸੇਮ ਹੋਵੇ, ਠੀਕ। ਤਾਂ ਉਹਦੇ ਵਾਸਤੇ ਆਪਾਂ ਕਿਹੜਾ ਮੰਨ ਸਕਦੇ ਹਾਂ? ਦੱਸੋ ਕਿਹੜਾ ਮੰਨ ਸਕਦੇ ਹਾਂ? ਇਸ ਵਾਸਤੇ ਆਪਾਂ ਦੋ ਤਰ੍ਹਾਂ ਦੇ ਇੱਕ ਡਿਸਟ੍ਰੀਬਿਊਸ਼ਨ ਵਾਸਤੇ 2 3 4 ਵੀ ਗੌਸੀਅਨ ਸਰਫੇਸ ਹੋ ਸਕਦੇ ਨੇ ਜੋ ਉਸ ਵਾਸਤੇ ਬੈਸਟ ਹੋ ਸਕਦੇ ਨੇ, ਠੀਕ। ਤਾਂ ਆਪਾਂ ਪਹਿਲਾਂ ਜੋ ਬੁక్స్ ਦੇ ਵਿੱਚ ਮੰਨਿਆ ਜਾਂਦਾ ਸਭ ਤੋਂ ਪਹਿਲਾਂ ਆਪਾਂ ਉਹੀ ਦੇਖ ਲਾਂਗੇ। ਇਸ ਵਾਸਤੇ ਸਿਲੰਡਰ ਇਸ ਤਰ੍ਹਾਂ ਦਾ ਹੌਰੀਜ਼ੌਂਟਲ ਸਿਲੰਡਰ, ਜੋ ਪਲੇਨ ਸ਼ੀਟ ਆ ਉਹ ਇਸ ਦੇ ਮਿਡ ਪੁਆਇੰਟ ਵਿੱਚ ਦੀ ਵਿਚਕਾਰ ਦੀ ਲੰਘਣੀ ਚਾਹੀਦੀ ਹੈ ਇਸ ਤਰ੍ਹਾਂ। ਤਾਂ ਇੱਧਰ ਵਾਲਾ ਜੋ ਸਰਫੇਸ ਆ ਵਾਲਾ ਤੇ ਆਹ ਵਾਲਾ ਸਰਫੇਸ, ਇਹ ਦੋਨੇ ਇਸ ਸ਼ੀਟ ਤੋਂ ਬਰਾਬਰ ਡਿਸਟੈਂਸ ਤੇ ਹੋਣੇ ਚਾਹੀਦੇ ਨੇ। ਤਾਂ ਜੋ ਸਾਹਮਣੇ ਵਾਲੇ ਸਰਫੇਸ ਤੇ ਜੋ ਇਹ ਵਾਲੀ ਡਿਸਟੈਂਸ ਹੈ ਇਹਨੂੰ ਆਪਾਂ r ਮੰਨ ਲਓ, ਠੀਕ ਹੈ, ਇਹਨੂੰ ਵੀ r ਮੰਨ ਲਓ, ਇਹ ਡਿਸਟੈਂਸ ਬਰਾਬਰ ਹੋਣੀ ਚਾਹੀਦੀ ਹੈ। ਤਾਂ ਇੱਥੋਂ ਜੋ ਇਲੈਕਟ੍ਰਿਕ ਫੀਲਡ ਹੈ ਇਸ ਪੁਆਇੰਟ ਤੇ ਵੀ ਸੇਮ ਹੋਊਗਾ, ਇਸ ਪੁਆਇੰਟ ਤੇ ਵੀ ਸੇਮ ਹੋਊਗਾ, ਹਰ ਇੱਕ ਪੁਆਇੰਟ ਤੇ ਸੇਮ ਹੋਊਗਾ। ਤਾਂ ਇਹ ਅਸਿਊਮ ਕਰ ਸਕਦੇ ਹਾਂ ਆਪਾਂ, ਠੀਕ। ਹੁਣ ਇਸ ਵਾਸਤੇ ਜੇ ਆਪਾਂ ਦੂਜੇ ਸਰਫੇਸ ਦੀ ਗੱਲ ਕਰੀਏ ਕਿ ਇਹ ਵਾਲਾ ਕਿਉਂ ਨਹੀਂ ਮੰਨ ਸਕਦੇ ਇਹਦੇ ਵਾਸਤੇ ਵਰਟੀਕਲ ਗਲਤ ਹੋ ਜਾਊਗਾ, ਇਹ ਵਾਲਾ ਠੀਕ ਹੈ, ਠੀਕ ਹੈ, ਤੇ ਇਹਦੇ ਵਾਸਤੇ ਇਹ ਠੀਕ ਹੋ ਗਿਆ ਤੇ ਆਹ ਗਲਤ ਹੋ ਜਾਊਗਾ ਦੂਜਾ। ਤਾਂ ਆਪਾਂ ਨੂੰ ਦੇਖਣਾ ਹੋਊਗਾ ਕਿ ਡਾਇਗਰਾਮ ਕਿਹੜੀ ਹੈ। ਕਲੀਅਰ ਹੈ? ਇਹਦੇ ਵਾਸਤੇ ਜੋ ਆਲੇ ਵਾਲੇ ਦੇ ਪੁਆਇੰਟ ਨੇ ਉਹਨਾਂ ਦਾ ਕੋਈ ਮੀਨਿੰਗ ਨਹੀਂ ਹੈਗਾ। ਕਿਉਂ ਨਹੀਂ ਮੀਨਿੰਗ ਹੈ? ਕਿਉਂਕਿ ਇਲੈਕਟ੍ਰਿਕ ਫੀਲਡ ਲਾਈਨ ਜਿਹੜੀਆਂ ਉਹ ਸਾਈਡਾਂ ਤੇ ਨਹੀਂ ਆ ਰਹੀਆਂ ਹੈਗੀਆਂ, ਨਾ ਇੱਧਰ ਜਾਵੇ ਨਾ ਇੱਧਰ ਜਾਵੇ, ਸਿਰਫ ਇੱਧਰ ਜਾਣਗੀਆਂ ਜਾਂ ਇੱਧਰ ਜਾਣਗੀਆਂ। ਤਾਂ ਉਹ ਸੇਮ ਡਿਸਟੈਂਸ ਤੇ ਹੋਣ ਕਰਕੇ ਦੋਨਾਂ ਦੇ ਇਲੈਕਟ੍ਰਿਕ ਫੀਲਡ ਕੀ ਹੋ ਜਾਊਗਾ? ਸੇਮ ਹੋ ਜਾਏਗਾ।
ਦੂਜਾ ਜੋ ਇਸ ਵਾਸਤੇ ਇਸ ਪਲੇਨ ਸ਼ੀਟ ਵਾਸਤੇ ਆਪਾਂ ਗੌਸ਼ਨ ਸਰਫੇਸ ਮੰਨ ਸਕਦੇ ਹਾਂ, ਉਹ ਮੰਨ ਸਕਦੇ ਆਪਾਂ ਇੱਕ ਕਿਊਬ ਨੂੰ। ਜੀ ਹਾਂ, ਕਿਊਬ ਦੇ ਵਿੱਚ ਵੀ ਕੀ ਹੈਗਾ, ਜੇਕਰ ਆਪਾਂ ਪਲੇਨ ਸ਼ੀਟ ਨੂੰ ਬਿਲਕੁਲ ਵਿਚਕਾਰ ਇਸ ਦੇ ਸੈਂਟਰ ਵਿੱਚ ਦੀ ਇਸ ਤਰ੍ਹਾਂ ਰੱਖ ਦਈਏ ਤਾਂ ਇਸ ਤੋਂ ਇਲੈਕਟ੍ਰਿਕ ਫੀਲਡ ਲਾਈਨਸ ਜੋ ਇਸ ਫੇਸ ਤੇ ਆਉਣਗੀਆਂ ਤੇ ਜੋ ਇਸ ਵਾਲੇ ਫੇਸ ਤੇ ਆਉਣਗੀਆਂ ਉਹ ਵੀ ਕੀ ਹੋਣਗੇ, ਉਹਨਾਂ ਤੇ ਸੇਮ ਹੋਊਗਾ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਈਚ ਪੁਆਇੰਟ। ਤਾਂ ਇਹ ਵੀ ਸਹੀ ਆ, ਬਟ ਸਾਰੀਆਂ ਬੁੱਕਸ ਦੇ ਵਿੱਚ ਇਹ ਮੰਨਿਆ ਜਾਂਦਾ ਤਾਂ ਆਪਾਂ ਇਹਦੇ ਨਾਲ ਹੀ ਆਰਟੀਕਲਸ ਕਰਾਂਗੇ, ਸੋਲਵ ਕਰਾਂਗੇ, ਠੀਕ ਹੈ। ਬਟ ਜੇ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਜੇਈ ਮੇਨਸ ਦੇ ਵਿੱਚ ਜਾਂ ਨੀਟ ਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਕਿ ਇਹਦੇ ਵਾਸਤੇ ਹੈਗਾ ਗੌਸ਼ਨ ਸਰਫੇਸ ਜਾਂ ਨਹੀਂ, ਤਾਂ ਇਹ ਸਹੀ ਹੈ, ਠੀਕ। ਬਟ ਇੱਕ ਗੱਲ ਧਿਆਨ ਰੱਖਣੀ ਆ, ਜੋ ਪਲੇਨ ਸ਼ੀਟ ਹੈ ਉਹ ਇਸ ਦੇ ਵਿੱਚ ਐਨਕਲੋਜ਼ਡ ਹੋਣੀ ਚਾਹੀਦੀ ਹੈ, ਬੰਦ ਹੋਣੀ ਚਾਹੀਦੀ ਹੈ, ਇਸ ਤੋਂ ਬਾਹਰ ਨਹੀਂ ਜਾਣੀ ਚਾਹੀਦੀ, ਠੀਕ। ਹੁਣ ਆਪਾਂ ਗੱਲ ਕਰਦੇ ਹਾਂ ਅਗਲਾ ਜੋ ਆਪਣੇ ਕੋਲ ਸੋਲਿਡ ਸਫੀਅਰ ਹੈ ਇਸ ਦੇ ਬਾਰੇ, ਕਿ ਇਸ ਦੇ ਆਲੇ ਦੁਆਲੇ ਜੋ ਸਫੈਰਿਕਲ ਮਤਲਬ ਇਸ ਦੇ ਆਲੇ ਦੁਆਲੇ ਜੋ ਗੌਸ਼ਨ ਸਰਫੇਸ ਹੈ ਉਹ ਕਿਸ ਤਰ੍ਹਾਂ ਦਾ ਹੋਊਗਾ। ਇਹ ਵੀ ਇੱਕ ਤਰ੍ਹਾਂ ਦਾ ਪੁਆਇੰਟ ਚਾਰਜ ਦਾ ਹੀ ਕੰਮ ਕਰੇਗਾ, ਬਸ ਇਹਦੇ 'ਚ ਚਾਰਜ ਦੀ ਵੈਲਿਊ ਕੀ ਹੈ, ਜ਼ਿਆਦਾ, ਬਟ ਹੈਗਾ ਇਹ ਰਾਉਂਡ ਹੀ ਹੈ, ਇੱਕ ਪੁਆਇੰਟ ਚਾਰਜ। ਜੇ ਆਪਾਂ ਜ਼ਿਆਦਾ ਦੂਰੀ ਤੋਂ ਦੇਖਦੇ ਹਾਂ ਪੁਆਇੰਟ ਚਾਰਜ ਵਰਗਾ ਬਿਹੇਵ ਕਰੂਗਾ, ਤਾਂ ਇਹਦੇ ਆਲੇ ਦੁਆਲੇ ਜੋ ਗੌਸ਼ਨ ਸਰਫੇਸ ਹੈ ਉਹ ਵੀ ਕੀ ਹੋਊਗਾ, ਸਫੀਅਰ ਹੀ ਮੰਨਿਆ ਜਾਊਗਾ। ਸਫੈਰਿਕਲ ਗੌਸ਼ਨ ਸਰਫੇਸ ਹੀ ਬੈਸਟ ਹੈ ਇਹਦੇ ਵਾਸਤੇ ਵੀ, ਠੀਕ। ਤੇ ਜੋ ਆ ਅੱਗੇ ਸਫੈਰਿਕਲ ਸ਼ੈਲ ਵਾਸਤੇ ਵੀ ਗੌਸ਼ਨ ਸਰਫੇਸ ਜੋ ਹੈ ਉਹ ਵੀ ਸਫੈਰਿਕਲ ਮੰਨਿਆ ਜਾਊਗਾ, ਸਫੀਅਰ ਮੰਨਿਆ ਜਾਊਗਾ, ਬਸ਼ਰਤੇ ਕਿ ਉਹਦੇ ਵਿੱਚ ਜੋ ਗੌਸ਼ਨ ਸਰਫੇਸ ਹੈ ਉਹਦੇ ਵਿੱਚ ਚਾਰਜ ਇਨਕਲੋਜ਼ ਹੋਣਾ ਚਾਹੀਦਾ ਹੈਗਾ। ਜੇ ਇਨਕਲੋਜ਼ ਨਹੀਂ ਹੋ ਰਿਹਾ ਚਾਰਜ ਤਾਂ ਕੀ ਹੋਊਗਾ, ਤਾਂ ਆਪਾਂ ਗੌਸ ਥਿਓਰਮ ਪੜ੍ਹਿਆ ਹੁਣੇ। ਗੌਸ ਥਿਓਰਮ ਦੇ ਅਕੋਰਡਿੰਗ ਫਲਕਸ ਇਜ਼ ਇਕੁਅਲ ਟੂ ਕਿਊ ਅਪਨ ਐਪਸਾਈਲਨ ਨੋਟ। ਕਿਊ ਹੈਗਾ ਚਾਰਜ ਇਨਕਲੋਜ਼ਡ ਬਾय ਦਾ ਸਰਫੇਸ। ਜੇ ਚਾਰਜ ਹੀ ਨਹੀਂ ਹੈਗਾ ਕਿਸੇ ਸਰਫੇਸ ਵਿੱਚ ਤਾਂ ਉੱਥੇ ਕੀ ਹੋ ਜੂਗੀ, ਇਲੈਕਟ੍ਰਿਕ ਫਲਕਸ ਜ਼ੀਰੋ ਹੋ ਜਾਏਗੀ। ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੇ ਕੋਈ ਆ ਮੰਨ ਲਿਆ ਕੋਈ ਸਫੀਅਰ ਮੰਨ ਲਿਆ, ਚਾਰਜ ਇਹਦੇ ਵਿੱਚ ਹੈ ਨਹੀਂ, ਜ਼ੀਰੋ ਚਾਰਜ ਹੈਗਾ, ਤਾਂ ਆਪਣੇ ਕੋਲ ਇਸ ਦੀ ਇਲੈਕਟ੍ਰਿਕ ਫਲਕਸ ਕਿੰਨੀ ਹੋ ਜੂਗੀ, φ ਇਜ਼ ਇਕੁਅਲ ਟੂ 0। ਹੁਣ ਇੱਕ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਂਦਾ ਹੈਗਾ ਕਿ ਆਪਣੇ ਕੋਲ ਤਿੰਨ ਸਰਫੇਸ ਨੇ, ਇੱਕ ਪਹਿਲਾ ਸਰਫੇਸ ਹੈ ਉਰੇ ਚਾਰਜ ਪਿਆ ਕਿਉਂ, ਇੱਕ ਦੂਜਾ ਸਰਫੇਸ ਹੈ ਉਰੇ ਦੋ ਚਾਰਜ ਪਏ ਨੇ ਕਿਉਂ, ਇੱਕ ਤੀਜਾ ਸਰਫੇਸ ਹੈ ਉਹਦੇ ਬਾਹਰ ਚਾਰਜ ਪਿਆ ਕਿਉਂ। ਇਹਨਾਂ ਤਿੰਨਾਂ ਦੇ ਵਿੱਚੋਂ ਦੱਸੋ ਇਲੈਕਟ੍ਰਿਕ ਫਲਕਸ ਕਿਹਦੀ ਮੈਕਸਿਮਮ ਹੋਵੇਗੀ ਤੇ ਕਿਹਦੀ ਮਿਨੀਮਮ ਹੋਵੇਗੀ। ਤਾਂ ਸਭ ਤੋਂ ਮੈਕਸਿਮਮ ਫਲਕਸ ਇਹਦੀ ਹੋਊ ਕਿਉਂਕਿ ਇਹਦੇ ਵਿੱਚ ਚਾਰਜ ਐਨਕਲੋਜ਼ ਕਿੰਨਾ 2 ਕਿਊ, ਤਾਂ 1 ਕਿਊ ਤੇ 1 ਕਿਊ ਟੋਟਲ ਚਾਰਜ ਆਪਾਂ ਦੇਖ ਲੈਣਾ, ਟੋਟਲ ਚਾਰਜ ਹੋਗਾ 2 ਕਿਊ, ਤਾਂ ਇੱਥੇ 2 ਕਿਊ ਆ ਜਾਊਗਾ, ਇੰਨੀ ਇਹਦੀ ਇਲੈਕਟ੍ਰਿਕ ਫਲਕਸ ਹੋ ਜੂ। ਇਹ ਵਾਲੇ ਕੇਸ ਦੇ ਵਿੱਚ ਕਰਦਾ ਕਿਊ ਅਪਨ ਐਪਸਾਈਲਨ ਨੋਟ। ਤੇ ਥਰਡ ਕੇਸ ਦੇ ਵਿੱਚ ਕੀ ਹੋ ਜੂਗਾ, ਚਾਰਜ ਕੋਈ ਹੈਗਾ ਵਿੱਚ ਐਨਕਲੋਜ਼ ਹੈਗਾ ਸਰਫੇਸ ਦੇ ਵਿੱਚ, ਕੋਈ ਚਾਰਜ ਐਨਕਲੋਜ਼ ਨਹੀਂ ਹੈਗਾ। ਇਟ ਮੀਨਸ ਕਿ ਚਾਰਜ ਐਨਕਲੋਜ਼ਡ ਜੋ ਆਪਣੇ ਫਾਰਮੂਲੇ ਦੇ ਵਿੱਚ φ 1 ਅਪਨ ਐਪਸਾਈਲਨ ਨੋਟ ਇਨਟੂ ਚਾਰਜ ਐਨਕਲੋਜ਼ਡ, एनक्लोज्ड चार्ज 0 है तो फाई कितना हो गया 0, तो कोई फ्लक्स नहीं होगी। ਇਹ ਦੇਖਣ ਦਾ ਆਪਾਂ ਨੂੰ ਸਭ ਤੋਂ ਵਧੀਆ ਤਰੀਕਾ ਕੀ ਆ, ਗੌਸ ਥਿਓਰਮ ਆਪਾਂ ਨੂੰ ਆਉਂਦੀ ਹੋਵੇ ਤਾਂ ਫਲਕਸ ਆਪਾਂ 1 ਮਿੰਟ ਦੇ ਵਿੱਚ ਦੇਖ ਸਕਦੇ ਆ ਕਿਸੇ ਵੀ ਗੌਸੀਅਨ ਸਰਫੇਸ ਦੇ ਵਿੱਚ। ਹਾਂਜੀ, ਹੁਣ ਆਪਾਂ ਕਰਦੇ ਹਾਂ ਇਸ ਨਾਲ ਕੁਝ ਰਿਲੇਟਡ ਨਿਊਮੈਰੀਕਲਸ ਜੋ ਕਿ ਇਲੈਕਟ੍ਰਿਕ ਫਲਕਸ ਦੇ ਨਾਲ ਰਿਲੇਟਡ ਨੇ, ਗੌਸ ਲਾ ਦੇ ਨਾਲ ਰਿਲੇਟਡ ਨੇਗੇ। ਕਰਦੇ ਹਾਂ ਨਿਊਮੈਰੀਕਲ। ਹੁਣ ਇਹਦੀ ਸਟੇਟਮੈਂਟ ਜੋ ਪਹਿਲਾ ਨਿਊਮੈਰੀਕਲ ਆ ਤੁਹਾਡੇ ਸਾਹਮਣੇ ਆ ਚੁੱਕੀ ਹੋਵੇਗੀ, ਦੇਖੋ ਤੁਸੀਂ। ਹਾਂਜੀ, ਇਸ ਸਟੇਟਮੈਂਟ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਨੂੰ ਕੋਲ ਫਲਕਸ ਗਿਵਨ ਆ, ਟੋਟਲ ਫਲਕਸ ਗਿਵਨ ਆ, ਇੰਨੀ ਫਲਕਸ ਗਿਵਨ ਆ। ਆਪਾਂ ਨੂੰ ਫਸਟ ਪਾਰਟ ਦੇ ਵਿੱਚ ਪੁੱਛਿਆ ਗਿਆ ਹੈਗਾ ਕਿ ਫਾਈਂਡ ਦਾ ਟੋਟਲ ਚਾਰਜ ਐਨਕਲੋਜ਼ਡ ਕਿੰਨਾ ਚਾਰਜ ਹੋਇਆ ਹੋਇਆ, ਤਾਂ ਆਪਾਂ ਨੇ ਕਿਊ ਪਤਾ ਕਰਨਾ ਹੈ। ਤਾਂ ਆਪਣੇ ਕੋਲ ਗੌਸ ਲਾ ਆਉਂਦਾ, ਵੈਰੀ ਸਿੰਪਲ ਹੈ। ਕੀ ਹੈ ਗੌਸ ਲਾ, फाई इज इक्वल टू क्यू अपॉन एप्सिलॉन नॉट। क्यू पता करना, ये भी गिवन आ, ये अपन को पता है, तो क्यू कितना आ गया जी फाई इनटू एप्सिलॉन नॉट। वैल्यू भी पुट करो, क्यू इज इक्वल टू फाई है 8.0 इनटू 10 रेज़ टू पावर 3, एप्सिलॉन नॉट होता है 8.85 इनटू 10 रेज़ टू पावर -12। किया होना यदि मैं मल्टीप्लाई करके दसा सानू कैलकुलेटर नाल भी कितनी होगी। ਇਹਦੇ ਬਾਅਦ ਤੁਸੀਂ ਸੋਲਵ ਕਰ ਲਿਓ, ਆਨਸਰ ਆ ਜਾਊਗਾ ਤੁਹਾਡੇ ਕੋਲੇ ਚਾਰਜ ਦਾ। ਮੰਨ ਲਓ ਕਿੰਨਾ ਆ ਗਿਆ 70.8 into 10 raised to power -9 ਕੂਲਮ, ਇੰਨਾ ਆ ਜਾਊਗਾ। ਠੀਕ ਹੈ, ਇਹਨੂੰ ਕਰ ਲਿਓ ਤੁਸੀਂ। ਸਟੇਟਮੈਂਟ ਹੁਣ ਦੁਬਾਰਾ ਦੇਖ ਲਓ ਇੱਕ ਵਾਰੀ।
फ्लक्स 0 है, मान लो कहते तो दसो कि कई ਇਹਦੇ ਵਿੱਚ ਚਾਰਜ ਹੈ ਨਹੀਂਗਾ ਕੋਈ, इज देयर नॉट प्रेजेंट एनी चार्ज, ਤਾਂ ਆਪਣੇ ਕੋਲ ਆਨਸਰ ਕੀ ਆਏਗਾ फ्लक्स 0 ਕਦੋਂ ਹੋ ਸਕਦੀ ਹੈ ਆਪਾਂ ਇਹ ਦੇਖਣਾਗਾ। फ्लक्स ਦਾ ਫਾਰਮੂਲਾ ਕੀ ਆਪਣੇ ਕੋਲ Q upon epsilon naught, ਤਾਂ ਜੇ Q 0 ਆ ਤਾਂ फ्लक्स 0 ਆ, ਕਲੀਅਰ ਹੈ ਇਹਨਾਂ ਦਾ ਪਤਾ। ਪਰ Q ਹੈ ਕੀ ਆ, Q ਹੈ enclosed charge, enclosed charge ਆਪਣੇ ਕੋਲੇ ਕਿੰਨਾ ਵੀ ਹੋ ਸਕਦਾ ਹੈਗਾ। ਤਾਂ ਇੱਥੇ ਆਪਣੇ ਕੋਲ ਦੋ ਕੰਡੀਸ਼ਨਾਂ ਬਣ ਗਈਆਂ। ਪਹਿਲੀ ਤਾਂ ਹੈਗੀ ਕਿ ਜੇ चार्ज enclosed 0 है, enclosed charge 0 मतलब चार्ज प्रेजेंट ही नहीं है, पहला कंडीशन ये भी सही है। फर्स्ट केस किया चार्ज इज नॉट प्रेजेंट, ता Q 0 फ्लक्स 0। दूजा केस चार्ज प्रेजेंट हो भी सकता बट नेट चार्ज 0 आ, नेट चार्ज 0 का मतलब की आ, मान लो कि Q नेट इज 0। फॉर एग्जांपल एक अपने को हैगा प्लस Q, एक हैगा माइनस Q, मान लो ये चार्ज पए ने दो, ਤਾਂ ਨੈਟ ਚਾਰਜ ਕਿੰਨਾ ਹੋ ਗਿਆ ਆਪਣੇ ਕੋਲੇ 0। ਤਾਂ ਨੈਟ ਚਾਰਜ 0 ਹੋਣ ਨਾਲ ਵੀ ਆਪਣੇ ਕੋਲੇ ਕੀ ਆ ਜੀ ਫਲਕਸ 0 ਆ ਜਾਊਗੀ, ਇਹ ਆਪਾਂ ਨੇ ਪਤਾ। ਇਸ ਦੀ ਕੰਡੀਸ਼ਨ ਕੀ ਹੋਣੀ ਜੀ, ਜੇ ਆਪਾਂ ਡਾਇਗਰਾਮ ਬਣਾ ਕੇ ਦੇਖੀਏ, ਇਹਦਾ ਕੁਐਸਚਨ ਵੀ ਇੱਕ ਵਾਰੀ ਬੋਰਡ ਦੇ ਐਗਜ਼ਾਮ ਦੇ ਵਿੱਚ ਆਇਆ ਹੈਗਾ, ਮੇਰੇ ਯਾਦ ਆ ਗਿਆ ਕਿ ਮੰਨ ਲਓ ਆਪਣੇ ਕੋਲ ਡਾਇਗਰਾਮ ਹੈ ਇਸ ਤਰ੍ਹਾਂ, ਇਹ ਕੋਈ ਬਾਕਸ ਹੈਗਾ एनक्लोज्ड है, गॉसियन सरफेस मान लो, नहीं चाहे जो मर्जी मान लो, तो ये फ्लक्स 0 हो भी पूछा गया सी कि फ्लक्स 0 है कि नहीं। क्वेश्चन सीगा कि ए डायपोल इज एनक्लोज्ड इन ए क्यूब, व्हाट इज द टोटल फ्लक्स ऑफ द क्यूब, ठीक ये क्वेश्चन सीगा। तो क्वेश्चन दे विच देखो एक प्लस चार्ज हुंदा, एक हुंदा माइनस चार्ज, दोनों चार्ज बराबर हुंदे ने डायपोल दे विच, डायपोल आ। तो डायपोल दे केस दे विच की आ पॉजिटिव चार्ज ते नेगेटिव चार्ज बराबर होंदे ने, टोटल नेट चार्ज कितना आ जाऊगा 0। नेट चार्ज 0 आ गया तो अपने कोल फाई कितना आ जाऊगा, फ्लक्स कितनी आ जाऊगी 0। ਇਹਦੇ ਵਿੱਚ ਹੁੰਦਾ ਕੀ ਆ, ਜਿਹੜੀਆਂ ਫਲਕਸ ਇਲੈਕਟ੍ਰਿਕ ਫੀਲਡ ਲਾਈਨਸ ਨੇ ਉਹ ਏਰੀਆ ਵਿੱਚ ਦੀ ਜਿਹੜਾ ਕਿਊਬ ਆਪਣੇ ਉਹਦੇ ਵਿੱਚ ਦੀ ਕ੍ਰਾਸ ਹੀ ਨਹੀਂ ਕਰਦੀਆਂ, ਉਹ ਕੀ ਆ ਪੋਜ਼ਿਟਿਵ ਚਾਰਜ ਤੋਂ ਨਿਕਲਦੀਆਂ ਨੇ ਤੇ 네ਗੇਟਿਵ ਚਾਰਜ ਤੇ ਐਂਡ ਹੋ ਜਾਂਦੀਆਂ ਨੇ, ਪੋਜ਼ਿਟਿਵ ਚਾਰਜ ਤੋਂ ਨਿਕਲਦੀਆਂ ਨੇ 네ਗੇਟਿਵ ਚਾਰਜ ਤੇ ਐਂਡ ਹੋ ਜਾਂਦੀਆਂ ਨੇ। ਕੋਈ ਵੀ ਇਲੈਕਟ੍ਰਿਕ ਫੀਲਡ ਲਾਈਨ ਇਸ ਫੇਸ ਤੱਕ, ਇਸ ਤੱਕ ਜਾਂ ਇਸ ਤੱਕ ਪਹੁੰਚ ਹੀ ਨਹੀਂ ਪਾਉਂਦੀ, ਇੱਥੇ ਵਿੱਚ ਹੀ ਨਿਕਲਦੇ ਨੇ, ਵਿੱਚ ਹੀ ਖਤਮ ਹੋ ਜਾਂਦੇ ਨੇ। ਤਾਂ ਜਦੋਂ ਕਿਸੇ ਏਰੀਆ ਵਿੱਚ ਦੀ ਇਲੈਕਟ੍ਰਿਕ ਫੀਲਡ ਲਾਈਨ ਹੀ ਨਹੀਂ ਲੱਗੂਗੀ ਤਾਂ ਉੱਥੇ ਫਲਕਸ ਕੀ ਹੋਊਗੀ 0 ਹੋਵੇਗੀ, ਇਹ ਇਸ ਦਾ ਰੀਜ਼ਨ ਹੈ। ਤਾਂ ਡਾਇਪੋਲ ਕਿਸੇ ਵੀ ਸਰਫੇਸ ਦੇ ਵਿੱਚ ਪਿਆ ਹੋਵੇ, ਕਿਸੇ ਵੀ ਇਨਕਲੋਜ਼ਡ ਸਰਫੇਸ ਦੇ ਵਿੱਚ ਹੋਵੇ ਤਾਂ ਉਸ ਦੇ ਕਰਕੇ ਇਲੈਕਟ੍ਰਿਕ ਫਲਕਸ ਉਸ ਸਰਫੇਸ ਵਿੱਚ ਦੀ ਹਮੇਸ਼ਾ 0 ਹੋਵੇਗੀ, ਇਹ ਯਾਦ ਰੱਖਣਾ। ਇਹ ਬੋਰਡ ਦੇ ਐਗਜ਼ਾਮ ਵਾਸਤੇ ਵੀ ਇੰਪੋਰਟੈਂਟ ਹੈ, ਇੱਕ ਨੰਬਰ ਦੇ ਲਈ ਨੀਟ ਦੇ ਕੰਪੀਟੀਸ਼ਨ ਐਗਜ਼ਾਮ ਵਾਸਤੇ ਵੀ ਇਹਨੂੰ ਯਾਦ ਰੱਖੋ, ਜੇਈ ਮੇਨਸ ਵਾਸਤੇ ਵੀ ਇਹਨੂੰ ਯਾਦ ਰੱਖੋ। ਇਹ ਸਾਰਾ ਤੋਂ ਵੱਧ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਇਹ ਕਿ ਡਾਇਪੋਲ ਵਾਸਤੇ ਇਲੈਕਟ੍ਰਿਕ ਫੀਲਡ ਕੀ ਹੋਏਗਾ ਉੱਥੇ ਹੀ ਰਹਿੰਦਾਗਾ, ਬਾਹਰ ਨਹੀਂ ਨਿਕਲਦਾ। ਤਾਂ ਇਹ ਸੀ ਆਪਣਾ ਐਨਸੀਈਆਰਟੀ ਦਾ ਕੁਐਸਚਨ, ਨੂਮੈਰੀਕਲ ਸੀਗਾ। ਹੁਣ ਆਪਾਂ ਇਸ ਦਾ ਇੱਕ ਹੋਰ ਨੂਮੈਰੀਕਲ ਕਰਦੇ ਹਾਂ, ਤੁਸੀਂ ਦੇਖੋ ਸਟੇਟਮੈਂਟ। ਹਾਂਜੀ ਸਟੇਟਮੈਂਟ ਤੋਂ ਬਾਅਦ ਹੁਣ ਇੱਧਰ ਆ ਜਾਓ, ਆਪਣੇ ਕੋਲ ਕੀ ਗਿਵਣਾ, ਕਿਉਂ ਗਿਵਣਾ ਪਲੱਸ 10 ਮਾਈਕਰੋਕੂਲਮ, ਡਿਸਟੈਂਸ ਗਿਵਣਾ ਚਾਰਜ ਦੀ ਕਿਸੇ एक स्क्वायर शीट तो 5 सेंटीमीटर, स्क्वायर की जो साइड है वो 10 सेंटीमीटर है ईच, ये वाली डायग्राम है 10 10 है ना, ये आ साइड कितनी है ऊपर नो 5 सेंटीमीटर, ठीक ये अपने को गिवन है। तो हुण की ਇਹਦੇ ਵਿੱਚ ਕੀ ਆਪਾਂ ਨੇ ਕੀ ਕਰਨਾਗਾ, ਆਪਾਂ ਨੂੰ ਪੁੱਛਿਆ ਗਿਆ ਕਿ ਟੋਟਲ ਫਲਕਸ ਪਤਾ ਕਰੋ, ਪੁੱਛਿਆ ਗਿਆ ਹੈਗਾ ਟੋਟਲ ਫਲਕਸ ਪਤਾ ਕਰੋ ਇਸ ਸ਼ੀਟ ਵਿੱਚ ਦੀ ਕਿੰਨੀ ਹੋਵੇਗੀ। ਤਾਂ ਇਹਦੇ ਵਿੱਚ ਦੇਖੋ ਤੁਸੀਂ ਨੂਮੈਰੀਕਲ ਦੀ ਡੈਫੀਨੇਸ਼ਨ ਦੇ ਵਿੱਚ ਵੀ ਸਟੇਟਮੈਂਟ ਵਿੱਚ ਵੀ ਦੇਖ ਲਿਆ ਹੋਊਗਾ ਕਿ हिंट की है अपने को, हिंट क्या है कि इसनु साइड मनो एक क्यूब दी, तो इसका एक क्यूब बना लो पहला आपा। तो हुण देखो ये जो चार्ज सीगा क्यू जिन्ना हैगा 10 माइक्रोकूलम दा, ये जे होवे किसी क्यूब दे विच बंद, तो क्यूब दे हर सारे दी सारी टोटल फ्लक्स गॉस ला दे अकॉर्डिंग कितनी होगी, टोटल फ्लक्स is equal to Q upon total charge जो enclosed है upon epsilon। ये टोटल फ्लक्स होगी 6 ਦੇ 6 ਫੇਸਾਂ ਦੀ ਟੋਟਲ ਕਰਕੇ। ਬਟ ਆਪਾਂ ਨੂੰ ਪੁੱਛਿਆ ਗਿਆ ਸਿਰਫ ਇੱਕ ਫੇਸ ਦੀ, ਮੰਨ ਲਓ ਮਤਲਬ ਕਿ ਫੇ ਆਹ ਤਾਂ ਕੁਝ ਨਹੀਂ ਦਿੱਤਾ, ਆਪਾਂ ਨੂੰ ਸਿਰਫ ਇੱਕ ਸਕੁਅਰ ਦਾ ਪੁੱਛਿਆ, ਤਾਂ ਆਪਾਂ ਇਹਦੇ ਵਿੱਚ ਆਪਣੇ ਆਪ ਮੰਨ ਲਾਂਗੇ ਕਿ ਕਿਊਬ ਦਾ ਇੱਕ ਪਾਸਾ ਹੈ, ਕੀ ਹੈ ਇੱਕ ਕਿਊਬ ਦਾ ਇੱਕ ਪਾਸਾ, ਤਾਂ ਕਿਊਬ ਦੇ 6 ਫੇਸਾਂ ਦੀ ਫਲਕਸ ਇੰਨੀ ਹੁੰਦੀ ਆ, ਇੱਕ ਪਾਸੇ ਦੀ ਫਲਕਸ ਕਿੰਨੀ ਹੋਊਗੀ Q upon epsilon naught into 1/6। 6ਵਾਂ ਹਿੱਸਾ ਉਹਦਾ ਕੀ ਹੈ, ਵੈਰੀ ਸਿੰਪਲ ਹੈ। ਤਾਂ 6ਵਾਂ ਹਿੱਸਾ ਆਪਾਂ ਪਤਾ ਕਰਨਾ ਇਸ ਦਾ,
ਇਹ ਆਪਣਾ ਆਨਸਰ ਆ ਗਿਆ। ਹੁਣ ਇਹਨੂੰ ਤੁਸੀਂ ਸੋਲਵ ਕਰ ਹੀ ਲਓਗੇ। ਕੀ ਸੋਲਵ ਕਰਨਾ ਇਹ ਚ? ਚਾਰਜ ਹੈਗਾ 10 ਮਾਈਕਰੋ ਕੂਲਮ, ਇਹਨੂੰ ਪਹਿਲਾਂ ਕੂਲਮ ਦੇ ਵਿੱਚ ਕਨਵਰਟ ਕਰ ਲਓ। 10 into 10 raised to power -6 ਕੂਲਮ ਜਾਂ ਕਹ ਲਓ 10 raised to power -5। ਤਾਂ ਇੱਥੇ ਵੈਲਿਊ ਪੁੱਟ ਕਰੋ। अपसाइड नॉट ਹੁੰਦਾ 8 into 8 5 into 10 raised to power -12 into 6। ਇਹਨੂੰ ਸੋਲਵ ਕਰਕੇ ਆਨਸਰ ਆ ਜਾਊਗਾ ਫਲਕਸ। ਠੀਕ, ਇਹ ਹੈਗਾ ਸੀਗਾ ਨੂਮੈਰੀਕਲ ਨੰਬਰ 2। ਹੁਣ ਆਪਾਂ ਕਰਦੇ ਹਾਂ ਅਗਲਾ ਨੂਮੈਰੀਕਲ। ਅਗਲੇ ਨੂਮੈਰੀਕਲ ਦੀ ਸਟੇਟਮੈਂਟ ਵੀ ਚਲੋ ਦੇਖ ਹੀ ਲਓ। ਇਸ ਨੂਮੈਰੀਕਲ ਦੇ ਵਿੱਚ ਵੀ ਆਪਾਂ ਨੂੰ ਦੇਖੋ ਕਿ ਕਿਊਬ ਦਿੱਤਾ ਹੈ। ਕਿਊਬ ਦੇ ਸੈਂਟਰ 'ਚ ਪਿਆ ਹੈਗਾ ਚਾਰਜ 2 ਮਾਈਕਰੋ ਕੂਲਮ ਦਾ ਤੇ ਕਿਊਬ ਦੀ ਸਾਈਡ ਦਿੱਤੀ ਹੈ। ਹਰ ਇੱਕ ਸਾਈਡ ਹੈਗਾ 9 ਸੈਂਟੀਮੀਟਰ ਦੀ। ਕਿਊਬ ਦੀ ਸਾਈਡ ਜਿੰਨੀ ਮਰਜ਼ੀ ਹੋਵੇ, ਆਪਾਂ ਨੂੰ ਪੁੱਛਿਆ ਹੈਗਾ ਵਾਟ ਇਜ਼ ਦਾ ਟੋਟਲ ਇਲੈਕਟ੍ਰਿਕ ਫਲਕਸ ਆਫ ਦਾ ਕਿਊਬ। ਤਾਂ ਟੋਟਲ ਇਲੈਕਟ੍ਰਿਕ ਫਲਕਸ ਆਫ ਦਾ ਕਿਊਬ ਕੀ ਹੋਊਗਾ? ਉਹ ਆਪਣੇ ਕੋਲ ਫਾਰਮੂਲਾ ਹੀ ਆ ਬਾय ਗੌਸ ਲਾ। ਬਾय ਗੌਸ ਲਾ ਕੀ ਲਿਖਾਂਗੇ ਆਪਾਂ? phi is equal to q upon epsilon naught। q ਆਪਣੇ ਕੋਲੇ ਗਿਵਨ ਹੈ ਤੇ epsilon naught ਦੀ ਵੈਲਿਊ ਆਪਾਂ ਨੂੰ ਪਤਾ ਹੈ 2 into 10 raised to power -6 by 8.85 into 10 raised to power -12। ਇਹਨੂੰ ਸੋਲਵ ਕਰੋ ਤੇ ਆਪਣੇ ਕੋਲੇ ਆਨਸਰ ਆ ਜਾਵੇਗਾ। ਇਹ ਸੀ ਆਪਣੇ ਕੋਲੇ ਨੂਮੈਰੀਕਲ ਕੁਝ ਗੌਸ ਲਾ ਦੇ ਰਿਲੇਟਡ। ਤਾਂ ਹੁਣ ਆਪਾਂ ਪੜ੍ਹਦੇ ਹਾਂਗੇ ਗੌਸ ਲਾ ਦਾ ਪ੍ਰੂਫ, ਜੋ ਕਿ ਇੰਪੋਰਟੈਂਟ ਹੈ ਤੇ ਬੋਰਡ ਦੇ ਐਗਜ਼ਾਮ ਦੇ ਵਿੱਚ ਹੁਣ ਸਿਲੇਬਸ 'ਚ ਵੀ ਆ ਗਿਆ ਹੈ। ਤਾਂ ਹੁਣ ਦੇਖਦੇ ਹਾਂ ਗੌਸ ਲਾ ਦਾ ਪ੍ਰੂਫ। ਪ੍ਰੂਫ ਆਫ ਗੌਸ ਥਿਓਰਮ ਓਬਲੀਕ ਗੌਸ ਲਾ। ਇਹਦੇ ਵਾਸਤੇ ਕੀ ਆਪਾਂ ਨੂੰ ਜੋ ਪ੍ਰੂਫ ਕਰਨਾ ਉਹ ਹੈ ਸਿੰਪਲ ਪ੍ਰੂਫ ਕਰਨਾ। ਆਪਾਂ ਨੇ ਪੁਆਇੰਟ ਚਾਰਜ ਮੰਨਣਾ। ਪੁਆਇੰਟ ਚਾਰਜ ਦੇ ਆਲੇ-ਦੁਆਲੇ ਜੋ ਗੌਸਿਅਨ ਸਰਫੇਸ ਹੈ ਉਹ ਆਪਾਂ ਨੇ ਮੰਨਣਾ ਸਫੀਅਰ। ਤੇ ਉਹਦੇ ਵਾਸਤੇ ਆਪਾਂ ਨੇ ਪ੍ਰੂਫ ਕਰਨਾ ਹੈ ਕੰਸੀਡਰ ਅ ਪੁਆਇੰਟ ਚਾਰਜ q plus q, consider a Gaussian surface of radius r around the charge। ठीक, ये अपन ने मान लिया AC ਨੂੰ क्लोज कर रहा है। टोटल चार्ज इनक्लोज करना q r डिस्टेंस ਤੇ ਆਪਾਂ ਨੇ ਮੰਨ ਲਿਆ ਇੱਕ ਸਫੀਅਰ ਬਣਾ ਲਿਆ। ਹੁਣ ਇੱਕ ਗੱਲ ਹੋਰ ਧਿਆਨ ਚ ਰੱਖਣੀ ਆ, ਆਪਾਂ ਨੇ ਅੱਗੇ ਬਹੁਤ ਸਾਰੇ ਆਰਟੀਕਲ ਕਰ ਰਹੇ ਨੇ। ਜਿਸ ਵੀ ਪੁਆਇੰਟ ਤੇ ਆਪਾਂ ਨੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਪਤਾ ਕਰਨੀ ਹੋਵੇ ਜਾਂ ਮਤਲਬ ਜਿੱਥੇ ਵੀ ਆਪਾਂ ਨੇ ਗੌਸ ਲਾ ਲਗਾਉਣਾ ਹੋਵੇ, ਮੰਨ ਲਓ ਆਪਾਂ ਇੱਥੇ ਲਾਉਣਾ ਗੌਸ ਲਾ, ਤਾਂ ਇੱਥੇ ਆਪਾਂ ਇੰਨੀ ਡਿਸਟੈਂਸ ਤੇ ਇੰਨੇ ਰੇਡੀਅਸ ਦਾ ਜਾਂ ਇੰਨੀ ਡਿਸਟੈਂਸ ਤੇ ਆਪਾਂ ਗੌਸਿਅਨ ਸਰਫੇਸ ਬਣਾਇਆ ਕਰਾਂਗੇ ਉਸ ਪੁਆਇੰਟ ਵਿੱਚ ਦੀ ਲੰਘਦਾ ਹੋਇਆ। ਤਾਂ ਆਪਾਂ ਉਹਦੇ P ਪੁਆਇੰਟ ਮੰਨਦੇ ਹਾਂ ਇੱਕ। P ਪੁਆਇੰਟ ਦੇ ਵਿੱਚ ਆਪਾਂ ਉਹਦੇ P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਕਿੰਨੀ ਹੋ, ਪਹਿਲਾਂ ਮੈਨੂੰ ਤੁਸੀਂ ਇਹ ਦੱਸੋ। ਇਸ ਪੋਜ਼ਿਟਿਵ ਚਾਰਜ Q ਕਰਕੇ ਕਿੰਨੀ ਹੋਊਗੀ? E is equal to 1/4 pi epsilon naught Q upon distance ਦਾ ਸਕੁਅਰ r ਸਕੁਅਰ। ਠੀਕ, ਜਿਹੜੀ ਡਾਇਰੈਕਸ਼ਨ ਦੀ ਗੱਲ ਕਰੀਏ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਹੋਵੇਗੀ? ਇਹ ਡਾਇਰੈਕਸ਼ਨ ਦੇ ਵਿੱਚ ਇਲੈਕਟ੍ਰਿਕ ਫੀਲਡ ਹੋਵੇਗਾ। ਠੀਕ, ਡਾਇਰੈਕਟਲੀ ਆਊਟਵਰਡ। ਹੁਣ ਇਹਦਾ ਪ੍ਰੂਫ ਕਰਨ ਵਾਸਤੇ ਆਪਾਂ ਕੀ ਮੰਨਾਗਾ? ਗੌਸ ਥਿਓਰਮ ਲਗਾਉਣੀ ਆ। ਆਪਾਂ ਗੌਸ ਥਿਓਰਮ ਦਾ ਪ੍ਰੂਫ ਕਰਨਾ। ਗੌਸ ਥਿਓਰਮ ਦੇ ਵਿੱਚ ਆਪਾਂ ਕੀ ਕਿਹਾਗਾ? ਸਟੇਟਮੈਂਟ ਦੁਬਾਰਾ ਪੜ੍ਹ ਦਾਂਗੇ ਕਿ it states that the total electric flux passing through a closed surface is equal to 1 upon epsilon naught times the total charge enclosed by it। ਇਹ ਆਪਣੇ ਕੋਲੇ ਗੌਸ ਥਿਓਰਮ ਦੀ ਸਟੇਟਮੈਂਟ ਹੈ। ਠੀਕ, ਇਹ ਆਪਾਂ ਨੇ ਪ੍ਰੂਫ ਕਰਨੀ ਹੈ। ਟੂ ਪ੍ਰੂਫ ਕੀ ਆਪਣੇ? ਟੂ ਪ੍ਰੂਫ ਆਪਾਂ ਨੇ ਪ੍ਰੂਫ ਕਰਨਾ phi is equal to q upon epsilon naught। ਇਹ ਆਪਾਂ ਨੇ ਪ੍ਰੂਫ ਕਰਨਾ ਹੈ। ਠੀਕ, ਤਾਂ phi ਫਲਕਸ ਹੈ। ਫਲਕਸ ਦੀ ਡੈਫੀਨੇਸ਼ਨ ਕੀ ਹੈ ਆਪਣੇ ਕੋਲੇ? ਫਲਕਸ ਦੀ ਡੈਫੀਨੇਸ਼ਨ ਆਪਾਂ ਕੱਲ ਪੜ੍ਹੀ ਸੀਗੀ, ਹੈਨਾ। ਫਲਕਸ ਦੀ ਡੈਫੀਨੇਸ਼ਨ ਆਪਾਂ ਉਹਦੇ ਮੰਨਦੇ ਹਾਂ ਕਿ ਛੋਟਾ ਜਿਹਾ ਸਰਫੇਸ ਏਰੀਆ, ਛੋਟਾ ਜਿਹਾ ਇਸ ਸਫੀਅਰ ਦਾ ਇੱਕ ਛੋਟਾ ਜਿਹਾ ਪਾਰਟ ds। ਤਾਂ ਇਸ ਦਾ ds ਵੈਕਟਰ, ਏਰੀਆ ਵੈਕਟਰ ਕਿਸ ਡਾਇਰੈਕਸ਼ਨ ਦੇ ਵਿੱਚ ਹੋਵੇਗਾ? ਇਸ ਡਾਇਰੈਕਸ਼ਨ ਦੇ ਵਿੱਚ। ਕਲੀਅਰ ਹੈ? E ਵੈਕਟਰ ਤੇ ds ਵੈਕਟਰ ਦੇ ਵਿੱਚ ਐਂਗਲ ਕਿੰਨਾ ਹੈਗਾ? 0 ਡਿਗਰੀ। ਇਹ ਗੱਲ ਆਪਾਂ ਨੇ ਇੱਥੇ ਯਾਦ ਰੱਖਣੀ ਆ। ਤਾਂ ਹੁਣ ਆਪਾਂ ਪਤਾ ਕਰਦੇ ਹਾਂ ਕਿ ਦਾ ਸਮਾਲ ਇਲੈਕਟ੍ਰਿਕ ਫਲਕਸ ਪਤਾ ਕਰਾਂਗੇ। ਪਹਿਲਾਂ ਆਪਾਂ small electric flux through this small area ds कितनी आऊगी? d phi is equal to E dot ds vector। ਇਹ ਆਪਾਂ ਪਿਛਲੇ ਟੌਪਿਕ ਦੇ ਵਿੱਚ ਪੜਿਆ ਹੋਇਆ ਹੈਗਾ। ਤਾਂ ਹੁਣ ਆਪਾਂ ਪਤਾ ਕਰਦੇ ਹਾਂ ਇਸ ਦੀ E dot ds। E ds ਦੇ ਵਿੱਚ ਐਂਗਲ ਕਿੰਨਾ ਹੈਗਾ? cos ਥੀਟਾ। ਥੀਟਾ ਹੈ 0 ਡਿਗਰੀ। ਦੋਨੇ ਸੇਮ ਡਾਇਰੈਕਸ਼ਨ ਦੇ ਵਿੱਚ ਨੇ। ਜੇ ਆਪਾਂ ਮੰਨ ਲਓ ਇਹ ਇੱਥੇ ਪੁਆਇੰਟ ਮੰਨਾਂਗੇ, ठीक है, ਇੱਥੇ ਇਸ ਏਰੀਆ ਦਾ ਵੈਕਟਰ ਵੀ ਇੱਧਰ ਨੂੰ ਹੋਗਾ, ਡਾਇਰੈਕਟਲੀ ਆਊਟਵਰਡ, ਰੇਡੀਅਲੀ ਆਊਟਵਰਡ, ਤੇ E ਦੀ ਡਾਇਰੈਕਸ਼ਨ ਵੀ ਇਹੀ ਆ।
E ਵੀ ਇੱਧਰ ਆ ds ਵੀ ਇੱਧਰ ਆ, ਤਾਂ ਹਰ ਇੱਕ ਪੁਆਇੰਟ ਤੇ ਕੀ ਹੈਗਾ ਇਲੈਕਟ੍ਰਿਕ ਫੀਲਡ ਦੇ ਏਰੀਆ ਵੈਕਟਰ ਦੇ ਵਿੱਚ ਐਂਗਲ ਆਪਾਂ 0 ਆਪਣੇ ਆਪ ਆ ਜਾਵੇਗਾ। ਤਾਂ ਇੱਥੇ ਐਂਗਲ ਕਿੰਨਾ 0 ਡਿਗਰੀ E ds cos 0 cos 0 ਹੁੰਦਾ 1, ਤਾਂ ਆਪਣੇ ਕੋਲ ਆ ਗਿਆ d phi E ds। ਇਹ ਆ ਗਏ ਛੋਟੇ ਜਿਹੇ ਏਰੀਆ ਕਰਕੇ ਇਲੈਕਟ੍ਰਿਕ ਫਲਕਸ ਇਸ ਪੁਆਇੰਟ ਤੇ ਇਸ ਚਾਰਜ ਕਰਕੇ। ਹੁਣ ਆਪਾਂ ਨੇ ਪਤਾ ਕਰਨੀ ਟੋਟਲ ਇਲੈਕਟ੍ਰਿਕ ਫਲਕਸ ਅਰਾਊਂਡ ਦਾ ਸਫੀਅਰ, ਪੂਰੇ ਸਫੀਅਰ ਤੇ ਕਿੰਨੀ ਇਲੈਕਟ੍ਰਿਕ ਫਲਕਸ ਲੱਗੂਗੀ। ਤਾਂ ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਇਹਨੂੰ ਟੋਟਲ ਪਤਾ ਕਰਨ ਵਾਸਤੇ ਕੀ ਕਰ ਦੇਣਾ ਆਪਾਂ ਇੰਟੀਗ੍ਰੇਸ਼ਨ, ਛੋਟੇ ਛੋਟੇ ਪਾਰਟਸ ਨੂੰ ਜੋੜ ਦੇਣਾ ਹੈਗੇ, ਛੋਟੀ ਛੋਟੀ ਜੋ ਛੋਟੀ ਛੋਟੀ ਫਲਕਸ ਹੈ ਨੂੰ ਜੋੜ ਦਾਂਗੇ। ਜਾਂ ਤਾਂ ਇਹ ਸਿੱਧਾ ਜੋੜ ਕਰ ਲਓ ਬੈਠ ਕੇ ਵੀ ਪਲੱਸ ਕਰ ਲਓ ਜਾਂ ਕਰ ਦਿਓ ਇਹਦੀ ਇੰਟੀਗ੍ਰੇਸ਼ਨ। ਤਾਂ ਆਪਾਂ ਇੰਟੀਗ੍ਰੇਸ਼ਨ ਕਰਾਂਗੇ ਟੋਟਲ ਇਲੈਕਟ੍ਰਿਕ flux phi is equal to integration of E dot ds। ਜਾਂ ਆਪਾਂ ਨੇ E dot ds ਪਤਾ ਕਰ ਲਿਆ ਕਿੰਨਾ ਆ ਗਿਆ ਆਪਣੇ ਕੋਲੇ ਇੰਨਾ E ds। ਤਾਂ ਆਪਾਂ ਇੱਥੇ ਲਿਖ ਦਾਂਗੇ E ds। E ਦੀ ਵੈਲਿਊ ਕਿੱਥੇ ਆ, ਆਹ ਵਾਲੀ ਵੀ ਹੈ E ਦੀ ਵੈਲਿਊ, ਇਹ ਇੱਥੇ ਪੁੱਟ ਕਰ ਦੋ। ਤਾਂ ਆਪਣੇ ਕੋਲੇ ਆ ਗਿਆ 1/4 pi epsilon naught Q/r² into ds। इंटीग्रेशन तो बाहर निकलिया होगा ये, क्योंकि अपने को जो वेरिएबल है वो ds है एरिया का, ठीक है, वेक्टर है, ਇਹਦੇ ਵਿੱਚ ਏਰੀਆ ਦੀ ਕੋਈ ਟਰਮ ਨਹੀਂ ਹੈ, ਇਹ ਬਾਹਰ ਨਿਕਲਿਆ ਹੋਊਗਾ। ਹੁਣ ਆਪਣੇ ਕੋਲ ਹੈ ਇੰਟੀਗ੍ਰੇਸ਼ਨ ਆਫ ds। ds ਦੀ ਇੰਟੀਗ੍ਰੇਸ਼ਨ ਦਾ ਕੀ ਮਤਲਬ ਹੈ, ਜੇ ਆਪਾਂ ਛੋਟੇ ਜਿਹੇ ਸਰਫੇਸ ਦੀ ਇੰਟੀਗ੍ਰੇਸ਼ਨ ਕਰਕੇ ਪੂਰਾ ਸਫੀਅਰ ਬਣਾ ਲਈਏ, ਕੀ ਬਣ ਜੂ ਇੰਟੀਗ੍ਰੇਸ਼ਨ ਕਰਕੇ ਛੋਟੇ ਛੋਟੇ ਪਾਰਟ ਨੂੰ ਜਦੋਂ ਆਪਾਂ ਜੋੜ ਦਾਂਗੇ ਤਾਂ ਕੀ ਬਣ ਜੂਗਾ, ਇੱਕ ਸਫੀਅਰ ਬਣ ਜੂਗਾ। ਸਫੀਅਰ ਮਤਲਬ ਇਸ ਦਾ ਟੋਟਲ ਸਰਫੇਸ ਏਰੀਆ ਕਿੰਨਾ ਹੋਵੇਗਾ, ਸਫੀਅਰ ਦਾ ਟੋਟਲ ਸਰਫੇਸ ਏਰੀਆ ਕਿੰਨਾ ਹੁੰਦਾ ਹੈ ਉਹ ਆਪਣੇ ਕੋਲੇ ਇੱਥੇ ਪੁੱਟ ਕਰਨਾ, ਉਹ ਇੱਥੇ ਭਰਨਾਗਾ। ds ਦੀ ਇੰਟੀਗ੍ਰੇਸ਼ਨ ਮਤਲਬ ਸਾਰਾ ਸਫੀਅਰ। ਇਹ ਹੋ ਗਿਆ ਆਪਣੇ ਕੋਲੇ 1/4 pi epsilon naught Q/r² into ਕਿੰਨਾ ਹੁੰਦਾ ਸਫੀਅਰ ਦਾ ਸਰਫੇਸ ਏਰੀਆ 4 pi r²। ਤਾਂ ਇੱਥੇ 4 pi ਨਾਲ 4 pi r² ਨਾਲ r² ਕੈਂਸਲ ਆਊਟ ਹੋ ਗਿਆ। ਤਾਂ ਫਲਕਸ ਆਪਣੇ ਕੋਲੇ ਕਿੰਨੀ ਆ ਗਈ Q/epsilon naught। This is the proof of Gauss law। ਤਾਂ ਇਸ ਪ੍ਰੂਫ ਕੀ ਆ, ਬਿਲਕੁਲ ਸਿੰਪਲ ਹੈ, ਛੋਟਾ ਜਿਹਾ ਪ੍ਰੂਫ ਆ। 3 ਨੰਬਰ ਦੇ ਵਿੱਚ ਆਰਟੀਕਲ ਆ ਸਕਦਾ ਹੈ, 2 ਨੰਬਰ 'ਚ ਵੀ ਆ ਸਕਦਾ, 3 'ਚ ਵੀ ਆ ਸਕਦਾ। ਤਾਂ ਇਹ ਪ੍ਰੂਫ ਬਿਲਕੁਲ ਆਸਾਨ ਸੀਗਾ। ਇੱਥੋਂ ਆਪਾਂ ਨੇ ਇੱਕ ਗੱਲ ਹੋਰ ਦੇਖੀ ਹੈ, ਕੀ ਦੇਖਿਆ ਰਿਜ਼ਲਟ ਦੇ ਵਿੱਚ ਦੇਖਿਆ ਕਿ ਫਲਕਸ ਇਜ਼ ਇਕੁਅਲ ਟੂ Q/epsilon naught। ਆਪਾਂ ਨੇ ਰੇਡੀਅਸ r ਦਾ ਅਸਿਊਮ ਕੀਤਾ ਸੀ, ਗੌਸੀਅਨ ਸਰਫੇਸ r ਇੰਨਾ ਸੀ ਮੰਨ ਲਓ ਹਨ। ਤਾਂ ਰੇਡੀਅਸ ਦਾ ਇੱਥੇ ਕੋਈ ਫਰਕ ਹੀ ਨਹੀਂ ਹੈਗਾ, ਚਾਹੇ ਤੁਸੀਂ ਛੋਟੇ ਰੇਡੀਅਸ ਦਾ ਸਫੀਅਰ ਬਣਾ ਲੈਂਦੇ, ਚਾਹੇ ਤੁਸੀਂ ਇਸ ਤੋਂ ਵੱਡੇ ਰੇਡੀਅਸ ਦਾ ਸਫੀਅਰ ਬਣਾ ਲਓ, ਫਲਕਸ ਦੀ ਵੈਲਿਊ ਤਾਂ Q/epsilon naught ਹੀ ਆਉਣੀ ਹੈ। ਇਟ ਇਜ਼ ਇੰਡੀਪੈਂਡੈਂਟ ਆਫ ਦਾ ਰੇਡੀਅਸ ਆਫ ਦਾ ਗੌਸੀਅਨ ਸਰਫੇਸ ਵਿਚ ਇਜ਼ ਸਫੀਅਰ, ਠੀਕ ਹੈ। ਤਾਂ ਰੇਡੀਅਸ ਤੇ ਡਿਪੈਂਡ ਨਹੀਂ ਕਰਦਾ। ਜੇ ਨੂਮੈਰੀਕਲ ਤੁਹਾਨੂੰ ਪੁੱਛ ਲੈ ਕਿ ਕਿਸੇ ਫਲਾਣੇ ਸਫੀਅਰ ਦੀ ਕਿਸੇ ਫਲਾਣੇ ਚਾਰਜ ਕਰਕੇ ਇੰਨੀ ਫਲਕਸ ਆ, ਜੇ ਆਪਾਂ ਉਸ ਦਾ ਗੌਸੀਅਨ ਸਰਫੇਸ ਦਾ ਰੇਡੀਅਸ ਡਬਲ ਕਰਤਾ ਤਾਂ ਫਲਕਸ ਦੱਸੋ ਕਿੰਨੀ ਹੋ ਜੂਗੀ। ਤਾਂ ਉੱਥੇ ਡਬਲ ਟ੍ਰਿਪਲ ਹਾਫ ਕੁਝ ਨਹੀਂ ਹੋਊਗਾ, ਫਲਕਸ ਡਸ ਨਾਟ ਚੇਂਜ। ਇਟ ਇਜ਼ ਇੰਡੀਪੈਂਡੈਂਟ ਆਫ ਦਾ ਰੇਡੀਅਸ ਆਫ ਦਾ ਗੌਸੀਅਨ ਸਰਫੇਸ। ਤਾਂ ਇੱਥੋਂ ਆਪਣੇ ਕੋਲ ਕੀ ਹੈਗਾ, ਫਲਕਸ ਹਮੇਸ਼ਾ ਇੰਨੀ ਹੀ ਰਹੇਗੀ। ਮੈਨੂੰ ਉਮੀਦ ਹੈ ਕਿ ਤੁਹਾਨੂੰ ਅੱਜ ਦੇ ਜੋ ਟੌਪਿਕ ਨੇ ਕਿ ਗੌਸ ਲਾ, ਗੌਸ ਥਿਊਰਮ, ਠੀਕ ਹੈ, ਤੇ ਉਹਦੇ ਨੂਮੈਰੀਕਲ, ਉਹਦੇ ਨਾਲ ਰਿਲੇਟਡ ਨੂਮੈਰੀਕਲ ਪ੍ਰੋਬਲਮਸ ਤੇ ਗੌਸ ਲਾ ਦਾ ਪ੍ਰੂਫ ਇਹ ਸਮਝ ਲੱਗੇ ਹੋਵੇ ਚੰਗੀ ਤਰ੍ਹਾਂ। ਇਹਨਾਂ ਨਾਲ ਰਿਲੇਟਡ ਜੇ ਕੋਈ ਵੀ ਨੂਮੈਰੀਕਲ ਪ੍ਰੋਬਲਮ ਤੁਹਾਡੇ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ, ਸੈਂਡ ਕਰ ਦਿਓ ਮੈਨੂੰ, ਮੈਂ ਤੁਹਾਨੂੰ ਉਹਦਾ ਆਨਸਰ ਦੇ ਦੇਵਾਂਗਾ। ਤੇ ਹੁਣ ਮਿਲਦੇ ਹਾਂ ਆਪਾਂ ਨੈਕਸਟ ਟੌਪਿਕ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।